वाहिगुरु जी का खालसा वाहिगुरु जी की फतेह। सतगुरां दी अमृतमई गोद विच दूरों नेड़ेों चल करके संध्या के दीवाना विच आप जी जुड़ बैठे हो। सुभागियां घड़ियां सतगुरां ने बख्शिश कीतियां ने। आओ इन्हां नूं सफलियां बनाइए। इतिहास के पावन प्रसंगां जो आप जी ने सरवण किया, गुरु नानक साहब सच्चे पातशाह जी ने भाई इंद्र सैन दे मामा सुदर सैन का उद्धार किया। सतगुरां दे बचनां नूं कमाउंदे होए भाई झंडा जी नूं अपना गुरु मन्निया। इच्छा जाहिर की राज भाग छड्डण त्यागण दी। सतगुरां ने हुक्म किया राज भाग अकाल पुरख वाहिगुरु दी दात है। इस राज गद्दी ते बैठ के इंसाफ करो। जदों भी साडे दर्शनां दी इच्छा होवे पंचामृत कड़ा प्रसादी देग बना के 1 टका भेंट करके अरदास करियो। उसे वेले तुहाडे सन्मुख हाजिर होवां। जदों तक राजा सुदर सैन जिंदगी तक रहा बिना नागा रोज अरदास करदा सी, कड़ा प्रसादी देग बनाउंदा है। गुरु नानक पातशाह जी दे नाल बचन विलास ते दर्शन दीदार हुंदे ने। इन्हां सारे प्रसंगां नूं आप जी ने विस्तार सहित सरवण कीता है। आओ कुछ समा मानचित व्यक्तियां नूं एकाग्र चित बनाइए। प्रेम दी पाओ सांझ बख्शो आसीस। गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा सारदूल श्री गुर चरण शन पर्यो में ताए। जंबक जंब प्रनिबल ताको कहाँ बसाए। सतगुरां दी पावन महिमा गाउंदे होए कविराज भाई संतोख सिंह जी मंगला चरण करते ने। गुरु नानक साहब जियां दे चरण शेर दी न्याई हन। शेर दी शरण विच गया तो गिदड़ां दा भेडां दा डर नहीं हुंदा। जदों ऐसे पातशाह दी शरण विच मैं तन करके मन करके आया, मैनू जम रूप गिदड़ां दा डर नहीं सताउंदा। मेरा हिरदा मेरा मन गुरु के चरनां नाल जुड़ के बेपरवाह हो गया है। हो पई सुन हो कथा श्री अंगद रूरी। सर्व कामना करे जो पूरी। भाई बाला जी के पावन कथा सुना रहे हैं। ऐ गुरु अंगद दे महाराज एक कथा उस परमात्म प्यारे सतगुरु दी है
ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਦੁਖੀਆਂ ਨੂੰ ਸਦਾ ਹੀ ਸੁਖੀ ਬਣਾਇਆ। ਭਟਕਦੀ ਹੋਈ ਮਨੁੱਖਤਾ ਦਾ ਜਿਨ੍ਹਾਂ ਨੇ ਸਦਾ ਹੀ ਉਧਾਰ ਕੀਤਾ ਹੈ। ਐਸੇ ਪਾਤਸ਼ਾਹ ਦੀ ਮੈਂ ਉਹ ਕਥਾ ਸੁਣਾਉਣ ਲੱਗਿਆ ਜੋ ਮੈਂ ਆਪਣੀ ਅੱਖਾਂ ਨਾਲ ਵੇਖੀ ਤੇ ਕੰਨਾਂ ਨਾਲ ਸੁਣੀ ਤੇ ਹੱਡੀ ਹੰਡਾਈ ਹੈ। ਗੁਰੂ ਅੰਗਦ ਦੇ ਪਾਤਸ਼ਾਹ ਦਰਬਾਰ ਵਿੱਚ ਸਜੇ ਹੋਏ ਨੇ ਬੇਅੰਤ ਸੰਗਤਾਂ ਦਾ ਇਕੱਠ ਹੈ। ਨੇਤਾ ਪ੍ਰਤ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਇਹ ਕਥਾ ਲਿਖਾਈ ਵੀ ਜਾਂਦੀ ਹੈ, ਸੁਣਾਈ ਵੀ ਜਾਂਦੀ ਹੈ। ਪ੍ਰੇਮ ਦੇ ਵਿੱਚ ਭਿੱਜ ਕੇ ਸੰਗਤਾਂ ਇਸ ਪਾਵਨ ਅੰਮ੍ਰਿਤ ਕਥਾ ਦਾ ਆਨੰਦ ਮਾਣਦੀਆਂ ਨੇ। ਗੁਰੂ ਅੰਗਦ ਦੇ ਮਹਾਰਾਜ ਆਪ ਚੌਂਕੜਾ ਲਾ ਕੇ ਨੇਤਰ ਬੰਦ ਕਰਕੇ ਇੱਕ ਪਿਆਰੇ ਸਰੋਤੇ ਬਣ ਕੇ ਸਰਵਣ ਕਰਦੇ ਨੇ, ਗੁਰੂ ਬਣ ਕੇ ਨਹੀਂ। ਤਕਰੀਬਨ ਸਾਰੀਆਂ ਸੰਗਤਾਂ ਦਾ ਇਕੱਠ ਹੋਇਆ ਹੈ। ਭਾਈ ਬਾਲਾ ਜੀ ਨੇ ਸਤਿਗੁਰਾਂ ਤੋਂ ਆਗਿਆ ਲੈ ਕੇ ਕਥਾ ਦੀ ਆਰੰਭਤਾ ਕੀਤੀ ਹੈ। ਉਦਰ ਸੈਨ ਕੇ ਦੇ ਔਰ ਧੀਰਾ ਗਮਨੇ ਅੱਗੇ ਗੁਣੀ ਗਹੀਰਾ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਰਾਜੇ ਸੁਦਰ ਸੈਨ ਨੂੰ ਉਪਦੇਸ਼ ਦੇ ਕੇ ਬੰਦਗੀ ਦਾ ਬਹੁਤ ਵੱਡਾ ਦਲਾਸਾ ਦੇ ਕੇ ਇੱਥੋਂ ਅੱਗੇ ਚੱਲੇ ਨੇ। ਰਾਜੇ ਨੂੰ ਹੁਕਮ ਕੀਤਾ, ਤੈਨੂੰ ਸਾਡੇ ਨਾਲ ਜਾਣ ਦੀ ਲੋੜ ਨਹੀਂ, ਰਾਜ ਭਾਗ ਤਿਆਗਣ ਦੀ ਜ਼ਰੂਰਤ ਨਹੀਂ ਹੈ। ਤੂੰ ਰਾਜ ਭਾਗ ਦੇ ਵਿੱਚ ਰਹਿੰਦਾ ਹੀ ਜੀਵਨ ਮੁਕਤ ਹੋਏਗਾ। ਇੱਥੋਂ ਦੀਆਂ ਸੰਗਤਾਂ ਦੇ ਨਾਲ ਬਹਿ ਕੇ ਧਰਮਸ਼ਾਲਾ ਵਿੱਚ ਸਤ ਸੰਗ ਕਰਿਆ ਕਰ। ਭਾਈ ਝੰਡਾ ਜੀ ਨੂੰ ਸਾਡਾ ਰੂਪ ਜਾਣੀ, ਆਪਣੀ ਪ੍ਰਜਾ ਨਾ ਜਾਣੀ। ਵਿਦਾਇਗੀ ਲੈ ਕੇ ਸਤਿਗੁਰੂ ਜੀ ਇੱਥੋਂ ਅੱਗੇ ਚੱਲੇ। ਜੰਗਲਾਂ ਦੇ ਸੰਘਣੇ ਰਸਤੇ ਰਾਹਾਂ ਵਿੱਚ ਆਉਂਦੇ ਹਨ। ਚਲੇ ਜਾਹੇ ਸਾਗਰ ਪੈਸੇ ਬਿਨਾ ਪੰਖ ਧਰਨੀ ਪਰ ਜੈਸੇ। ਇੱਥੋਂ ਸਤਿਗੁਰ ਜੀ ਜੰਗਲਾਂ ਨੂੰ ਪਾਰ ਕਰਦੇ ਕਰਦੇ ਸਮੁੰਦਰਾਂ ਦੇ ਰਾਹਾਂ ਤੇ ਇਦਾਂ ਚੱਲੇ ਨੇ ਜਿਵੇਂ ਧਰਤੀ ਤੇ ਤੁਰਦੇ ਹੋਣ, ਚਿੱਕੜ ਸੁੱਕ ਗਿਆ ਹੋਵੇ, ਕਹਿੰਦੇ ਉਹ ਪਾਣੀ ਡੋਬਦੇ ਨੇ। ਕਿਉਂਕਿ ਸਤਿਗੁਰ ਜੀ ਭਾਰਤ ਖੰਡ ਦੇ ਟਾਪੂਆਂ ਦੇ ਵਿੱਚ ਵਿਚਰ ਰਹੇ ਨੇ। ਹੁਣ ਟਾਪੂ ਮਹਾਦੀਪ ਸਮੁੰਦਰਾਂ ਦੇ ਵਿੱਚ ਵਿਚਕਾਰ ਨੇ, ਜਿਹਨੂੰ ਆਪਾਂ ਆਇਰਲੈਂਡ ਕਹਿੰਦੇ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਕਦੇ ਕਿਸੇ ਜਹਾਜ਼ ਤੇ ਚੜ੍ਹ ਜਾਂਦੇ ਆ ਤੇ ਕਦੇ ਆਪਣੀ ਮੌਜ ਵਿੱਚ ਪੈਦਲ ਪਾਣੀਆਂ ਤੇ ਤੁਰ ਪੈਂਦੇ। ਜਿਨ੍ਹਾਂ ਦਾ ਨਾਮ ਭਵ ਸਾਗਰ ਤੋਂ ਤਾਰਦਾ, ਜਿਨ੍ਹਾਂ ਨੇ ਸਮੁੰਦ ਸਾਗਰ ਬ੍ਰਹਿਮੰਡ ਆਪ ਰਚਿਆ, ਉਹਨਾਂ ਲਈ ਤੇ ਚੀਜ਼ਾਂ ਹੀ ਕੁਛ ਨਹੀਂ। ਭਾਈ ਬਾਲਾ ਮਰਦਾਨਾ ਸਤਿਗੁਰਾਂ ਦੇ ਨਾਲ ਸਾਥੀ ਬਣ ਕੇ ਕਦਮ ਕਦਮ ਚੱਲਦੇ ਹਨ। ਅਨਤ ਜਾਤ ਸ੍ਰੀ ਮੁਖ ਤੇ ਬਚਨਾ ਆਸ ਕਰਨ ਦੀ ਜਿਨ ਮੇ ਰਚਨਾ। ਐਸੇ ਸਤਿਗੁਰੂ ਜੀ ਆਪਣੀ ਸੁਭਾਵਕ ਰਸਨਾ ਤੋਂ ਬਚਨ ਕਰਦੇ ਜਾ ਰਹੇ ਨੇ ਭਾਈ ਬਾਲਾ ਤੇ ਮਰਦਾਨਾ ਜੀ ਦੇ ਨਾਲ। ਭਾਈ ਬਾਲਾ ਜੀ ਕਹਿੰਦੇ ਅਸੀਂ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਰਹੇ ਹਾਂ, ਗੁਰੂ ਨਾਨਕ ਸਾਹਿਬ ਸੁਣਾ ਰਹੇ। ਜਦ ਵੀ ਸਾਹਿਬ ਬੋਲਦੇ ਨੇ ਰੱਬ ਦੇ ਰੰਗਾਂ ਵਿੱਚ ਬੋਲਦੇ ਨੇ, ਪ੍ਰਮਾਤਮਾ ਦੇ ਪ੍ਰੇਮ 'ਚ ਬੋਲਦੇ ਨੇ। ਗੁਰੂ ਨਾਨਕ ਪਾਤਸ਼ਾਹ ਦੁਨਿਆਵੀ ਗੱਲਾਂ ਨਹੀਂ ਕਰਦੇ, ਸਮਾਜਿਕ ਤਾਣੇ ਬਾਣੇ ਦੀਆਂ ਗੱਲਾਂ ਸਤਿਗੁਰ ਨਹੀਂ ਕਰਦੇ। ਉਹ ਆਪਣੇ ਪਿਆਰਿਆਂ ਦੇ ਨਾਲ ਤੁਰਦੇ ਫਿਰਦੇ ਪਰਮੇਸ਼ਰ ਦੀਆਂ ਗੱਲਾਂ ਕਰਦੇ ਨੇ। ਟਾਪੂ ਆਵਾਈ ਕਗਾਰੀ ਗਮਨ ਕੀਨ ਪੁਨ ਤਾਹੇ ਮਯਾਰੀ। ਇਹਨੇ ਨੂੰ ਕਹਿੰਦੇ ਸਾਹਮਣੇ ਇੱਕ ਟਾਪੂ ਦਿਸਿਆ ਆਇਰਲੈਂਡ, ਜਿਸ ਦਾ ਨਾਮ ਹੈ ਸੋਨਦੀਪ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਵੇਖ ਮਰਦਾਨਿਆ, ਸੰਘਣੇ ਜੰਗਲ ਇਸ ਟਾਪੂ ਦੇ ਦਿਸਦੇ ਆ। ਇੱਥੇ ਕੋਈ ਵੱਡਾ ਸ਼ਹਿਰ ਵਸਦਾ ਹੈ। ਹਰ ਟਾਪੂ ਦੇ ਵਿੱਚ ਆਪੋ ਆਪਣਾ ਛੋਟਾ ਵੱਡਾ ਦੇਸ਼ ਹੁੰਦਾ ਹੈ। ਉੱਥੋਂ ਦੇ ਲੋਕਾਂ ਦੀ ਬੋਲੀ, ਉੱਥੋਂ ਦਾ ਪਹਿਰਾਵਾ, ਉੱਥੋਂ ਦਾ ਖਾਣ ਪਾਣ ਬੜਾ ਅਲੱਗ ਜਿਹਾ ਹੁੰਦਾ। ਚੱਲਦੇ ਚੱਲਦੇ ਸਤਿਗੁਰੂ ਜੀ ਇਸ ਦੀਪ ਦੇ ਕਿਨਾਰੇ ਆ ਗਏ ਆ, ਟਾਪੂ ਦੇ ਕਿਨਾਰੇ ਆ। ਇੱਥੇ ਬੇੜੀਆਂ ਖੜੀਆਂ ਨੇ, ਕਿਸ਼ਤੀਆਂ ਖੜੀਆਂ ਨੇ। ਹੁਣ ਕਿਸ਼ਤੀਆਂ ਤੇ ਬੇੜੀਆਂ ਤੋਂ ਮੋਟਰ ਬੋਟਾਂ ਤੇ ਨਹੀਂ ਸੀ। ਹਵਾ ਦੇ ਵਹਿਣ ਦੇ ਨਾਲ ਇਹਨਾਂ ਕਿਸ਼ਤੀਆਂ ਨੇ ਚੱਲਣਾ ਹੈ। ਕਈ ਵਾਰ ਕਈ ਦਿਨ ਹਵਾ ਨਹੀਂ ਸੀ ਉਸ ਰੁੱਖ ਦੀ ਚੱਲਦੀ। ਹਵਾਵਾਂ ਦੇ ਰੁੱਖ ਵੇਖ ਕੇ ਸਮੁੰਦਰਾਂ ਦੇ ਵਿੱਚ ਬੇੜੀਆਂ ਠੇਲੀਆਂ ਜਾਂਦੀਆਂ ਸੀ। ਨਾ ਬੇੜੀ ਹੋਣ ਕਰਕੇ ਸਤਿਗੁਰ ਜੀ ਇਹਨਾਂ ਪਾਣੀਆਂ ਤੇ ਚੱਲਦੇ ਚੱਲਦੇ ਇਸ ਟਾਪੂ ਤੇ ਪਹੁੰਚੇ ਹਨ। ਦੋਏ ਕੋਸ ਤੇ ਪੋਰੇ ਕਦੇਖਾ
ਅਤ ਸੁੰਦਰ ਜੇ ਦੁਰਗਵ ਸੇਖਾ। ਹੁਣ ਇਸ ਥਾਂ ਤੋਂ ਸਤਿਗੁਰ ਚੱਲ ਰਹੇ ਨੇ ਪੈਦਲ ਉਸ ਟਾਪੂ ਉੱਤੇ, ਕਹਿੰਦੇ ਸੰਘਣੇ ਜੰਗਲ, ਲੱਗਦਾ ਨਹੀਂ ਇੱਥੇ ਕੋਈ ਮਨੁੱਖ ਵਸਦਾ ਹੋਣਾ। 2 ਕੋਹ ਦਾ ਪੈਡਾ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਾਥੀਆਂ ਦੇ ਸਮੇਤ ਜੰਗਲ ਵਿੱਚ ਸਰ ਕੀਤਾ। ਇਹਨਾਂ ਜੰਗਲਾਂ ਦੇ ਵਿੱਚ ਕੋਈ ਪਗਡੰਡੀਆਂ ਨਹੀਂ, ਸੰਘਣੇ ਰੁੱਖ ਹਨ, ਵਰਸ਼ਾਵਨ, ਬਰਸਾਤਾਂ ਹੋਈਆਂ ਨੇ। ਚਲਦੇ 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 ਦੂਰੋਂ ਇੱਕ ਨਗਰ ਨਜ਼ਰ ਆਇਆ, ਕੋਈ ਬਹੁਤ ਵੱਡਾ ਸ਼ਹਿਰ ਵਸਦਾ ਏ। ਇਹਨਾਂ ਜੰਗਲਾਂ ਨੂੰ ਪਾਰ ਕਰਕੇ ਸਤਿਗੁਰ ਜੀ ਉਸ ਸ਼ਹਿਰ ਦੀ ਤਰਫ ਚੱਲ ਪਏ, ਜਿੱਥੇ ਆਸ ਹੈ ਕੋਈ ਮਨੁੱਖ ਮਿਲੇਗਾ, ਕੋਈ ਵਿਅਕਤੀ ਨਜ਼ਰ ਆਏਗਾ। ਪਰ ਕਹਿੰਦੇ ਹੁਣ ਤੱਕ ਸ਼ਹਿਰੋਂ ਬਾਹਰ ਆ ਕੇ ਵੀ ਕੋਈ ਮਨੁੱਖ ਦਿਸਿਆ ਨਾ। ਇਠਾਂ ਬੈਸ ਗਏ ਗਤ ਦਾਨਾ, ਨਿਕਟ ਨਗਰ ਨੇ ਕੀ ਨ ਪਿਆਨਾ। ਹੁਣ ਸਤਿਗੁਰ ਜੀ ਨਗਰ ਪਿੰਡ ਸ਼ਹਿਰ ਤੋਂ ਨੇੜੇ ਜੇ ਇੱਕ ਥਾਂ ਤੇ ਚੌਂਕੜਾ ਲਾ ਕੇ ਬਹਿ ਗਏ, ਨਾ ਨਗਰ ਦੇ ਅੰਦਰ ਗਏ ਤੇ ਨਾ ਨਗਰ ਤੋਂ ਬਹੁਤਾ ਦੂਰ, ਸਾਂਝੀ ਦੀ ਥਾਂ ਤੇ ਬਹਿ ਗਏ ਆ। ਭਾਈ ਬਾਲਾ, ਭਾਈ ਮਰਦਾਨਾ ਸਤਿਗੁਰਾਂ ਦੇ ਨਾਲ ਬੈਠੇ ਇੱਕ ਰੁੱਖ ਦੀ ਛਾਵੇਂ, ਆਲੇ ਦੁਆਲੇ ਜੰਗਲ ਹੈ, ਪਰ ਸਾਹਮਣੇ ਤੋਂ ਨਗਰ ਦਿਸਦਾ, ਸ਼ਹਿਰ ਨਜ਼ਰ ਆਉਂਦਾ ਹੈ। ਭਾਈ ਮਰਦਾਨੇ ਦਾ ਚਿੱਤ ਕਰਦਾ ਸੀ ਜੇ ਸਤਿਗੁਰ ਦੀ ਨਗਰ 'ਚ ਜਾਵੇ, ਇੱਕ ਕੋਹ ਤੇ ਹੈ, ਅੱਖਾਂ ਸਾਹਮਣੇ ਉਹ ਸ਼ਹਿਰ ਦਿਸਦਾ ਏ, ਪਰ ਗੁਰੂ ਬਾਬਾ ਜੀ ਸ਼ਹਿਰ ਵਿੱਚ ਨਾ ਗਏ। ਨਗਰੋਂ ਬਾਰ-ਬਾਰ ਸਤਿਗੁਰਾਂ ਨੇ ਆਸਣ ਲਾਇਆ, ਚੌਂਕੜਾ ਮਾਰ ਕੇ ਬੈਠ ਗਏ। ਦਿਵਸ ਬੀਤੇ ਉਦਿਆਨਾ, ਕਬ ਮਰਦਾਨੇ ਬਚਨ ਬਖਾਨਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਭੁੱਖੇ ਪਿਆਸੇ ਬੈਠੇ ਨੇ, ਪਰ ਸਤਿਗੁਰੇ ਆਪਣੀ ਮੌਜ ਵਿੱਚ। ਰਾਤ ਆ ਗਈ, ਦੂਜਾ ਦਿਨ ਹੋ ਗਿਆ, ਦੂਜੇ ਦਿਨ ਦੀ ਫੇਰ ਸ਼ਾਮ ਹੋ ਗਈ, ਸੂਰਜ ਛਿਪਿਆ, ਦੂਜੇ ਦਿਨ ਦੀ ਰਾਤ ਹੋ ਗਈ। ਏਦਾਂ ਹੀ ਗਿਣਤੀ ਮੁਤਾਬਕ ਤੀਜਾ ਦਿਨ ਤੇ ਤੀਜੀ ਰਾਤ ਵੀ ਲੰਘ ਗਈ, ਗਏ ਕਿਤੇ ਨਹੀਂ। ਭੁੱਖ ਪਿਆਸ ਵਿਸਾਰ ਕੇ ਸਤਿਗੁਰ ਜੀ ਇੱਕੋ ਥਾਂ ਤੇ ਭਾਈ ਬਾਲਾ ਜੀ ਦੇ ਸਮੇਤ ਬੈਠੇ ਨੇ। ਹੁਣ 3 ਦਿਨ ਬਹਿਣਾ ਭਾਈ ਮਰਦਾਨਾ ਜੀ ਲਈ ਭੁੱਖਾ ਪਿਆਸਾ ਬੜਾ ਔਖਾ ਕੰਮ ਸੀ। ਅਸੀਂ 3 ਘੰਟੇ ਨਹੀਂ ਕਿਤੇ ਬਹਿ ਸਕਦੇ ਟੇਕੇ ਚੌਂਕੜਾ ਲਾ ਕੇ। ਕਿੱਡੇ ਮਹਾਨ ਮਹਾਂਪੁਰਖ ਹੋਣਗੇ ਭਾਈ ਮਰਦਾਨਾ, ਜੋ 3 ਦਿਨ ਭੁੱਖ ਤੇ ਪਿਆਸ ਨਾਲ ਲੂਝਦੇ ਹੋਏ ਬੇਪਰਵਾਹ ਹੋ ਕੇ ਸਤਿਗੁਰਾਂ ਦੇ ਪਾਸ ਹੀ ਬੈਠੇ ਰਹਿੰਦੇ। 3 ਦਿਨ ਲੰਘ ਗਏ। ਗੁਰੂ ਬਾਬਾ ਜੀ ਨੇ ਇੱਕ ਵਾਰ ਵੀ ਉਹਨਾਂ ਵੱਲ ਨਹੀਂ ਵੇਖਿਆ, ਨਾ ਪੁੱਛਿਆ, ਨਾ ਕੋਈ ਇਸ਼ਾਰਾ ਕੀਤਾ। ਕੋਲ ਮਸ਼ਕ ਵਿੱਚ ਪਾਇਆ ਪਾਣੀ ਵੀ ਕਿੰਨੀ ਕੁ ਦੇਰ ਚੱਲਦਾ, ਉਹ ਵੀ ਮੁੱਕ। ਭੁੱਖ ਦੇ ਨਾਲ ਹੁਣ ਪਿਆਸ ਸਤਾਉਂਦੀ ਹੈ। ਆਏ ਸੋ ਦੇਹੋ ਨਗਰ ਮਹਿ ਜਾਵੋ, ਇਹ ਬਲੋਕ ਮੈਂ ਟੂਰ ਨ ਆਵੋ। ਆਖਿਰਕਾਰ ਭਾਈ ਮਰਦਾਨਾ ਸਤਿਗੁਰਾਂ ਅੱਗੇ ਹੱਥ ਜੋੜ ਕੇ ਆਖਣ ਲੱਗਿਆ, ਕਹਿੰਦਾ ਪਾਤਸ਼ਾਹ 3 ਦਿਨ ਹੋ ਗਏ, ਨਾ ਤੁਸੀਂ ਪੁੱਛਿਆ ਤੇ ਨਾ ਮੈਂ ਤੁਹਾਡੇ ਤੋਂ ਆਗਿਆ ਮੰਗੀ, ਪਰ ਮੈਂ ਹੁਣ ਬੇਨਤੀ ਕਰਦਾ ਵੀ ਮੈਨੂੰ ਦਿਓ ਆਗਿਆ, ਮੈਨੂੰ ਰੋਕਿਓ ਨਾ, ਮੈਂ ਨਗਰ ਵਿੱਚ ਜਾਇਆ ਮੈਂ ਕੁਝ ਖਾ ਤੇ ਆਵਾਂ। ਆਗਿਆ ਮੰਗੀ, ਅੱਜ ਮਾਇਆ ਨਹੀਂ ਮੰਗੀ, ਪਦਾਰਥ ਨਹੀਂ ਮੰਗੇ, ਬਸ ਇਹੀ ਕਹਿੰਦਾ ਮਹਾਰਾਜ ਮੈਨੂੰ ਜਾਣ ਦੀ ਆਗਿਆ ਦੇ ਦਿਓ, ਮੇਰੀ ਇੱਛਾ ਹੈ ਮੈਂ ਨਗਰ ਵਿੱਚ ਵਿਚਰ ਕੇ ਆਵਾਂ। ਭੇ ਸ੍ਰੀ ਮੁਖ ਬਿਗਸਾਨੇ, ਸੁਦਾ ਲੱਗੀ ਹੋਏ ਹੈ ਮਰਦਾਨੇ। ਹੱਸ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਮਰਦਾਨਿਆ ਸਾਨੂੰ ਏਦਾਂ ਲੱਗਦਾ ਜਿਵੇਂ ਤੈਨੂੰ ਅੰਤਾਂ ਦੀ ਭੁੱਖ ਲੱਗੀ ਹੋਈ ਹੈ। ਤੇ ਭਾਈ ਮਰਦਾਨਾ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਖਿੱਝ ਗਿਆ ਵੀ ਜੇ ਤੁਹਾਨੂੰ ਪਤਾ ਹੈ ਭੁੱਖ ਲੱਗੀ ਤੇ ਫਿਰ ਭੇਜਿਆ ਕਿਉਂ ਨਹੀਂ। ਸਤਿਗੁਰ ਕਹਿੰਦੇ, ਲੱਗਦਾ ਮਰਦਾਨਿਆ ਤੇਰੇ ਚਿਹਰੇ ਤੋਂ ਤੈਨੂੰ ਭੁੱਖ ਦਾ ਦੁੱਖ ਸਤਾਉਂਦਾ ਹੈ, ਤੈਨੂੰ ਪਿਆਸ ਵੀ ਲੱਗੀ ਹੋਣੀ। ਤੁਮਕੋ ਭੂਖ ਨ ਵਿਆਪਈ, ਤਿਖਾ ਸਤਾਏ ਨਾ ਕੋਏ। ਮੈਂ ਕੋ ਆਤਰਤ ਕਰ, ਕਿਉਂ ਨਿਰਭਇਮ ਹੋਏ। ਪਾਤਸ਼ਾਹ ਤੁਹਾਨੂੰ ਨਾ ਭੁੱਖ ਲੱਗੇ ਤੇ ਨਾ ਲੱਗੇ ਪਿਆਸ, ਤੁਹਾਨੂੰ ਨਹੀਂ ਸਮਝ। ਭੁੱਖ ਦਾ ਦੁੱਖ ਤੁਹਾਨੂੰ ਨਹੀਂ ਲੱਗਦਾ, ਪਿਆਸ ਦਾ ਦੁੱਖ ਤੁਹਾਨੂੰ ਨਹੀਂ, ਪਰ ਮੇਰੇ ਤੇ ਕਦੇ ਤਰਸ ਕਰ ਲਓ ਨਾ। ਮੈਂ ਅੰਤਾਂ ਦੀ ਭੁੱਖ ਨਾਲ ਦੁਖੀ ਆ, ਮੈਂ ਪਿਆਸ ਨਾਲ ਪਰੇਸ਼ਾਨ ਆ। ਤੁਸੀਂ ਲਾ ਕੇ ਚੌਂਕੜਾ ਬੈਠੇ ਹੋ, ਆਲੇ ਦੁਆਲੇ ਕਿਸੇ ਵੱਲ ਵੇਖਦੇ ਨਹੀਂ। ਮੰਨਿਆ ਤੁਹਾਨੂੰ ਭੁੱਖ ਨਹੀਂ ਲੱਗਦੀ ਕਿ ਮੈਂ ਤੁਹਾਡੇ ਨਾਲ ਨਹੀਂ ਤੁਰਿਆ ਫਿਰਦਾ। ਮਰਦ ਜੇ ਤੁਹਾਡੇ ਇਹੀ ਹਾਲਾਤ ਨੇ, ਆਪਣੀ ਕਦੇ ਵੀ ਨਿਭਣੀ ਨਹੀਂ। ਆਖੋ ਸਤਿਨਾਮ। ਆਪਣੀ
ਇੱਕ ਇਨਸਾਨ ਜਿਹਨੂੰ ਭੁੱਖ ਲੱਗਦੀ ਤੇ ਇੱਕ ਉਹ ਜਿਹਨਾਂ ਨੂੰ ਲੱਗਦੀ ਨਹੀਂ। ਕੋਈ ਤਾਲਮੇਲ ਹੈ? ਸੱਚੇ ਪਾਤਸ਼ਾਹ ਕਿੰਨਾ ਕੁ ਮੇਰਾ ਸਬਰ ਪਰਖੋਗੇ, ਕਿੰਨੀ ਕੁ ਵਾਰ ਮੇਰੇ ਤੇ ਕਸਵੱਟੀਆਂ ਲਾਓਗੇ। ਮੈਂ ਹਰ ਵਾਰ ਜਰ ਜਰ ਕੇ ਚੁੱਪ ਕਰ ਜਾਣਾ, ਬੋਲਦਾ ਨਹੀਂ। ਇਹਦਾ ਮਤਲਬ ਇਹ ਨਹੀਂ ਵੀ ਜੇ ਮੈਂ ਬੋਲਦਾ ਨਹੀਂ ਤੇ ਮੈਨੂੰ 3 ਵੇਲੇ ਭੁੱਖ ਨਹੀਂ ਲੱਗਦੀ, ਮੈਨੂੰ 2 ਵੇਲੇ ਪਿਆਸ ਨਹੀਂ ਲੱਗਦੀ। ਮੈਨੂੰ ਹਰ ਵੇਲੇ ਭੁੱਖ ਤੇ ਪਿਆਸ ਸਤਾਉਂਦੀ ਹੈ, ਆਪਣੀ ਤੁਹਾਡੇ ਨਾਲ ਨਹੀਂ ਨਿਭਣੀ। ਜੇ ਤੇ ਤੁਹਾਨੂੰ ਭੁੱਖ ਪਿਆਸ ਲੱਗੇ ਤੇ ਮੇਰੇ ਦੁੱਖ ਦਾ ਪਤਾ ਲੱਗੇ। ਹੁਣ ਆਪਾਂ ਰੱਜੇ ਬੈਠੇ ਹੋਈਏ ਤੇ ਸਾਡੇ ਸਾਹਮਣੇ ਕੋਈ ਭੁੱਖ ਨਾ ਤੜਫੇ, ਸੱਚੀ ਦੱਸਿਓ ਜੀ, ਸਾਨੂੰ ਉਹਦੀ ਭੁੱਖ ਦਾ ਦੁੱਖ ਹੈ ਕੋਈ? ਨਹੀਂ। ਦੂਜੇ ਦੀ ਭੁੱਖ ਸਾਨੂੰ ਭੁੱਖੀ ਉਦੋਂ ਲੱਗਦੀ ਜਦੋਂ ਸਾਨੂੰ ਆਪ ਲੱਗੀ ਹੋਵੇ। ਦੂਜੇ ਦੇ ਦੁੱਖ ਦਾ ਅਹਿਸਾਸ ਸਾਨੂੰ ਤਾਂ ਹੁੰਦਾ ਜੇ ਅਸੀਂ ਆਪ ਦੁਖੀ ਹੋਈਏ। ਸੁਖੀ ਬੰਦੇ ਕੋਲ ਜਾ ਕੇ ਰੋਈ ਜਾਓ, ਲੀਡਰਾਂ ਕੋਲ ਲੋਕੀ ਪੈਰ ਫੜ ਫੜ ਰੋਂਦੇ ਅਸੀਂ ਦੁਖੀ ਹਾਂ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿਉਂਕਿ ਉਹ ਆਪ ਦੁਖੀ ਹੈ ਹੀ ਨਹੀਂ। ਉਹਨਾਂ ਕੋਲ ਸਾਡੇ ਵਾਲੇ ਦੁੱਖ ਨਹੀਂ ਨੇ ਨਾ। ਤੇ ਜਿਸ ਤਨ ਲੱਗੀਆਂ ਸੋ ਤਨ ਜਾਣੈ, ਜਾਣੈ ਕੌਣ ਪੀਰ ਪਰਾਈ। ਪਰਾਈਆਂ ਪੀੜਾਂ ਨੂੰ ਕੌਣ ਜਾਣਦਾ? ਗੁਰੂ ਨਾਨਕ ਸਾਹਿਬ ਦੇ ਸਨਮੁਖ ਆਖਣ ਲੱਗੇ, ਕਹਿੰਦੇ ਮਹਾਰਾਜ ਤੁਹਾਨੂੰ ਕੀ ਪਤਾ ਲੱਗੇ ਵੀ ਭੁੱਖ ਦਾ ਦੁੱਖ ਕੀ ਹੈ? ਤੁਸੀਂ ਪੌਣਾ ਹਾਰੀ ਹੋ, ਨਾ ਭੁੱਖ ਸਤਾਵੇ ਨਾ ਤੁਹਾਨੂੰ ਪਿਆਸ ਸਤਾਉਂਦੀ ਹੈ। ਸੋ ਪਈ ਫਿਰੋ ਸੰਗ ਤੁਮਰੇ ਹੱਥ ਕਰਕੇ, ਅਚੋਸਨ ਅਬ ਨਗਨ ਹਰ ਕੇ। ਪਰ ਸਤਿਗੁਰੂ ਜੀ ਧੰਨ ਹਾਂ ਮੈਂ ਜਿਹੜਾ ਤੁਹਾਡੇ ਨਾਲ ਹੱਠ ਕਰਕੇ ਤੁਰਿਆ ਫਿਰਦਾ। ਜਿੱਦੀ ਹੈ ਮੇਰੀ ਇੱਕ, ਪਰ ਇੱਕ ਗੱਲ ਯਾਦ ਰੱਖਿਓ, ਜਿੱਦਣ ਤੁਸੀਂ ਪਿੰਡ ਪਹੁੰਚ ਗਏ ਮੁੜ ਕੇ ਮਰਦਾਨਾ ਨਹੀਂ ਨਾਲੇ ਆਉਂਦਾ। ਸਤਿਨਾਮ ਇਹ ਚੇਤੇ ਰੱਖਿਓ। ਚਲੋ ਛੱਡੋ, ਮੈਨੂੰ ਆਗਿਆ ਦਿਓ ਜੀ, ਮੈਂ ਨਗਰ ਵਿੱਚ ਜਾਵਾਂ ਆਪਣੀ ਪੇਟ ਪੂਜਾ ਕਰ ਰਿਹਾ। ਕਿਉਂਕਿ 3 ਦਿਨ ਤੋਂ ਤੁਸੀਂ ਜੰਗਲ ਵਿੱਚ ਬੈਠੇ ਹੋ, ਉਹ ਤੋਂ ਪਹਿਲਾਂ ਆਪਾਂ 2 ਦਿਨ ਤੋਂ ਸਫ਼ਰ ਤੈਅ ਕਰਦੇ ਫਿਰਦੇ ਹਾਂ। 5 ਦਿਨ ਹੋ ਗਏ। 5 ਦਿਨਾਂ ਵਿੱਚ ਪਾਣੀ ਵੀ ਮੁੱਕ ਗਿਆ, ਰੋਟੀ ਨਸੀਬ ਨਹੀਂ ਹੋਈ, ਇੱਕ ਦਾਣਾ ਵੀ ਪੇਟ ਵਿੱਚ ਅਨਾਜ ਦਾ ਨਹੀਂ ਗਿਆ। ਤੇ ਮੈਂ ਦੱਸੋ ਜੀ ਕਿੰਨਾ ਕੁ ਬੇਵੱਸ ਹੋ ਕੇ ਫਿਰੀ ਜਾਊਂਗਾ। ਪਾਤਸ਼ਾਹ ਮੇਰੇ ਵਿੱਚ ਐਡੀ ਕਿੱਡੀ ਕੁ ਸਮਰੱਥਾ ਹੈ, ਮੈਂ ਭੁੱਖ ਪਿਆਸ ਬਰਦਾਸ਼ਤ ਕਰ ਸਕਾਂ। ਜਾਂ ਤੇ ਮੇਰੀ ਭੁੱਖ ਮਿਟਾ ਦਿਓ ਜਾਂ ਮੈਨੂੰ ਨਗਰ ਵਿੱਚ ਭੇਜ ਦਿਓ। ਸ੍ਰੀ ਗੁਰ ਭਨੈ ਤਰੋ ਸੰਤੋਖਿ, ਸ੍ਰੀ ਕਰਤਾਰ ਕਰੇ ਤਾ ਭੋਖਿ। ਗੁਰੂ ਨਾਨਕ ਸਾਹਿਬ ਮਹਾਰਾਜ ਹੱਸ ਕੇ ਕਹਿੰਦੇ, ਮਰਦਾਨਿਆ ਸੰਤੋਖ ਰੱਖਿਆ ਕਰ, ਭੁੱਖ ਨਾ ਵਿਖਾ, ਰੱਜ ਕੇ ਰਿਹਾ ਕਰ। ਸੰਤੋਖ ਦਾ ਫਲ, ਸਬਰ ਦਾ ਫਲ ਮਿੱਠਾ ਹੁੰਦਾ ਹੈ। ਕਹਿੰਦਾ ਬਾਬਾ ਜਿਹਨੇ ਚੱਖਿਆ ਹੀ ਨਹੀਂ ਉਹਨੂੰ ਕੀ ਪਤਾ ਮਿੱਠਾ ਕਿੰਨਾ ਹੁੰਦਾ। ਸਤਿਨਾਮ ਮੈਂ ਸਬਰ ਕਿੱਥੋਂ ਰੱਖ ਲਾਂ, ਸੰਤੋਖ ਕਿੱਥੋਂ ਰੱਖ ਲਾਂ? ਆਂਦਰਾਂ ਖਿੱਚੀਆਂ ਜਾ ਰਹੀਆਂ ਨੇ, ਪੇਟ ਵਿੱਚ ਦਰਦ ਹੁੰਦਾ ਏ। ਮਰਦ ਕਹਿੰਦੇ ਭਾਈਓ ਪਰਮਾਤਮਾ ਸਭ ਨੂੰ ਰੋਜੀ ਰਿਜ਼ਕ ਦੇਣ ਵਾਲਾ ਹੈ, ਹੌਸਲਾ ਰੱਖ। ਜੇ ਤੇਰੇ ਕਰਮਾਂ ਵਿੱਚ ਰੋਜੀ ਲਿਖੀ ਤੈਨੂੰ ਬੈਠਿਆਂ ਨੂੰ ਮਿਲ ਜਾਣੀ, ਜੇ ਨਾ ਲਿਖੀ ਨਾ ਘੁੰਮਦਾ ਵੀ ਫਿਰੇਗਾ। ਉਹ ਵੀ ਸਮਾਂ ਸੀ ਜਦੋਂ ਪਟਨਾ ਸਾਹਿਬ ਦੀ ਧਰਤੀ ਤੇ ਆਏ 7 ਗੇੜੇ ਭਾਈ ਮਰਦਾਨੇ ਨੇ ਲਾ ਲਏ। ਮਾਇਆ ਕੋਲੇ ਹੀਰਾ ਕੋਲੇ ਹੈ, ਪਰ ਉਹਨਾਂ ਦਿਨਾਂ ਵਿੱਚ ਰੋਟੀ ਕੋਲ ਨਹੀਂ ਸੀ। ਤੇ ਜਿਸ ਦਿਨ ਲਿਖੀ ਸੀ ਉਸ ਦਿਨ ਲੈ ਕੇ ਉਹ ਸਮੇਂ ਦਾ ਜੋਰੀ ਆ ਗਿਆ। ਬਾਬਾ ਜੀ ਕਹਿੰਦੇ ਮਰਦਾਨਿਆਂ ਸਬਰ ਰੱਖ, ਕਰਤਾਰ ਪਰਮਾਤਮਾ ਸਭ ਨੂੰ ਰੋਜੀ ਦਿੰਦਾ ਏ, ਉਹਦੇ ਤੇ ਭਰੋਸਾ ਰੱਖਿਆ ਕਰ। ਜਤਨ ਕਰਨ ਹਿਤ ਮਨ ਨਾ ਡਲਾਵੋ, ਪਰ ਲਬਦ ਬੈਠੇ ਹੀ ਪਾਵੋ। ਤੈਨੂੰ ਬੈਠਿਆਂ ਨੂੰ ਤੇਰੀ ਪਰਾ ਲਬਦ ਮਿਲ ਜਾਣੀ ਹੈ। ਤੇਰੇ ਕਰਮਾਂ ਦਾ ਫਲ, ਤੇਰੇ ਕਰਮਾਂ ਦਾ ਭੋਜਨ ਇੱਥੇ ਹੀ ਆ ਜਾਣਾ ਹੈ। ਪਰਾ ਲਬਦ ਨੂੰ ਪਾਉਣ ਵਾਸਤੇ ਮਰਦਾਨਿਆਂ ਯਤਨ ਨਾ ਕਰਿਆ ਕਰ। ਜੋ ਤੁਹਾਡੇ ਕਰਮਾਂ ਦਾ ਤੁਹਾਨੂੰ ਘਰ ਬੈਠਿਆਂ ਮਿਲ ਜਾਣਾ, ਜੋ ਕਰਮਾਂ ਵਿੱਚ ਨਹੀਂ ਦੌੜ ਭੱਜ ਕਰਕੇ ਵੀ ਕਈ ਵਾਰ ਬੰਦੇ ਦੇ ਹੱਥ ਖਾਲੀ ਹੁੰਦੇ ਆ। ਨਿਸ਼ਚਾ, ਭਰੋਸਾ, ਵਿਸ਼ਵਾਸ ਬਹੁਤ ਵੱਡੀ ਤਾਕਤ ਹੈ। ਸਾਹਿਬ ਕਹਿੰਦੇ ਮਰਦਾਨਿਆਂ ਜਰ ਲੈ। ਕਹਿੰਦਾ ਬਾਬਾ ਜੀ ਮੈਥੋਂ ਨਹੀਂ ਜਰਿਆ ਜਾਂਦਾ। ਭੁੱਖੇ ਬੰਦੇ ਅੱਗੇ ਤੁਸੀਂ ਕਿੰਨਾ ਕੁ ਟਾਈਮ ਡਿਲੇ ਕਰ ਦੋਗੇ? 1 ਘੰਟਾ, 2 ਘੰਟੇ, 4 ਘੰਟੇ, 6 ਘੰਟੇ। ਅੰਤਾਂ ਨੂੰ ਦੁਖੀ ਹੋ ਕੇ ਅਗਲਾ ਕਹਿੰਦਾ ਮੈਂ ਰਹਿਣਾ ਹੀ ਨਹੀਂ ਤੁਹਾਡੇ। 3 ਦਿਨ ਹੋ ਗਏ ਨੇ ਭੁੱਖ ਪਿਆਸ ਨਾਲ ਜੂਝਦੇ ਆ ਭਾਈ ਮਰਦਾਨਾ ਜੀ ਨੂੰ। ਪਰ ਅੱਗੋਂ ਸਤਿਗੁਰਾਂ ਦਾ ਜਵਾਬ ਸੀ, ਮਰਦਾਨਿਆਂ ਸਬਰ ਰੱਖ, ਕਿਉਂ ਭੁੱਖ ਵਿਖਾਉਣ ਲੱਗਾ? ਪਰਮਾਤਮਾ ਨੇ ਤੈਨੂੰ ਰੋਜੀ ਇੱਥੇ ਹੀ ਦੇ ਦੇਣੀ ਹੈ। ਜਿਹਦੇ ਆਸਰੇ 3 ਦਿਨ ਕੱਟੇ ਨੇ, ਥੋੜਾ ਸਮਾਂ ਹੋਰ ਕੱਟ ਲੈ। ਪੂਜਨ ਲੱਗਾ ਭੋਰ ਮਰਦਾਨਾ, ਕਿਆ ਏ ਪੁਰ ਕੋ ਨਾਮ ਸੁਜਾਨਾ। ਜਦੋਂ ਸਤਿਗੁਰਾਂ ਨੇ ਆਗਿਆ ਨਹੀਂ ਦਿੱਤੀ ਨਾ, ਸਾਫ਼ ਜਵਾਬ ਦੇਤਾ ਵੀ ਤੂੰ ਨਹੀਂ ਜਾਣਾ, ਭਾਈ ਮਰਦਾਨਾ ਉਲਝਾਉਂਦਾ ਹੈ। ਕਹਿੰਦਾ ਬਾਬਾ ਜੀ ਫਿਰ ਇਹ ਦੱਸੋ ਇਸ ਸ਼ਹਿਰ ਦਾ ਨਾਮ ਕੀ, ਨਗਰ ਦਾ ਨਾਮ ਕੀ ਹੈ?
ਕੋਈ ਸਮਾਂ ਆਪਣੀ ਨੂੰ ਯਾਦ ਹੋਵੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਪਟਨਾ ਸਾਹਿਬ ਦੀ ਧਰਤੀ ਤੇ ਆਏ, ਸਤਿਗੁਰ ਕਹਿੰਦੇ ਸੀ ਮਰਦਾਨਿਆ ਤੈਨੂੰ ਪਤਾ ਸ਼ਹਿਰ ਦਾ ਨਾਮ ਬਿਸ਼ੰਬਰਪੁਰ ਹੈ? ਕਹਿੰਦਾ ਮੈਂ ਕੀ ਲੈਣਾ, ਯਾਦ ਹੋਣਾ ਮਾੜਾ। ਅੱਜ ਗੁਰੂ ਨਾਨਕ ਸਾਹਿਬ ਨੂੰ ਭਾਈ ਮਰਦਾਨਾ ਕਹਿੰਦਾ ਮਹਾਰਾਜ ਨਗਰ ਦਾ ਨਾਮ ਕੀ ਹੈ? ਗੱਲ ਹੋਈ ਹੈ ਨਾ, ਪਾਸਾ ਬਦਲ ਗਿਆ। ਉਦੋਂ ਸਤਿਗੁਰ ਕਹਿੰਦੇ ਅਸੀਂ ਮਰਦਾਨਿਆ ਰੁਕ ਜਾ। ਹੁਣ ਭਾਈ ਮਰਦਾਨਾ ਚਾਹੁੰਦਾ ਵੀ ਜੇ ਨਗਰ ਦੀ ਗੱਲ ਕਰੂ, ਗੁਰੂ ਸਾਹਿਬ ਕਹਿਣਗੇ ਜੇ ਪਿੰਡ ਦੀਆਂ ਗੱਲਾਂ ਕਰਦਾ ਜਾਂ ਪਿੰਡ ਭੱਜ ਜਾਇਆ। ਫਿਰ ਕਹਿੰਦਾ ਪਾਤਸ਼ਾਹ ਇਸ ਨਗਰ ਦਾ ਨਾਮ ਕੀ ਹੈ? ਪਹਿਲੀ ਵਾਰ ਆਪਾਂ ਆਏ ਹਾਂ। ਸੁਣ ਸ੍ਰੀ ਗੁਰੂ ਨੇ ਦੀਨ ਬਤਾਈ, ਨਾਮ ਬ੍ਰਹਮਪੁਰ ਇਸੈ ਅਲਾਈ। ਸਤਿਗੁਰ ਕਹਿੰਦੇ ਇਹਨੂੰ ਬ੍ਰਹਮਪੁਰ ਕਹਿੰਦੇ ਆ। ਇਹ ਬ੍ਰਾਹਮਣਾਂ ਦਾ ਨਗਰ ਹੈ ਇੱਕ ਟਾਪੂ ਸੋਨਦੀਪ ਦੇ ਨੇੜੇ, ਮਨੀਪੁਰ ਵਾਲੇ ਪਾਸੇ ਸਮੁੰਦਰਾਂ ਦੇ ਕਿਨਾਰੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਇਹਨੂੰ ਬ੍ਰਹਮਪੁਰ ਆਖਦੇ ਆ। ਭਾਈ ਮਰਦਾਨੇ ਨੇ ਸੋਚਿਆ ਜਿਹੜਾ ਹੈ ਹੀ ਬ੍ਰਹਮਪੁਰ, ਉੱਥੇ ਦੀ ਭੁੱਖੇ ਹੀ ਮਰਾਂਗੇ। ਆਖੋ ਸਤਿਨਾਮ ਬ੍ਰਹਮਣੀ ਹੋਣਗੇ। ਇੱਥੇ ਫੇਰ ਇਹਨਾਂ ਨੇ ਵਰਤ ਰੱਖੇ ਹੋਣਗੇ, ਜਲ ਧਾਰੇ ਕਰਦੇ ਹੋਣਗੇ। ਸਤਿਗੁਰ ਕਹਿੰਦੇ ਮਰਦਾਨਿਆ ਚੁੱਪ ਕਰ ਗਿਆ ਨਾਮ ਸੁਣ ਕੇ। ਕਹਿੰਦਾ ਨਹੀਂ ਪਾਤਸ਼ਾਹ ਨਾਮ ਸੁਣੋ। ਮਰਦ ਕਹਿੰਦੇ ਇਹਦਾ ਨਾਮ ਬ੍ਰਹਮਪੁਰ ਰੱਖਿਆ ਹੋਇਆ ਹੈ, ਇੱਥੋਂ ਦਾ ਰਾਜਾ ਬਹੁਤ ਚੰਗਾ ਹੈ। ਪਰ ਰਾਜੇ ਬਾਰੇ ਸੁਣ ਕੇ ਕੀ ਕਰਨਾ ਹੈ? ਚਾਹੀਦੀ ਤੇ ਰੋਟੀ ਹੈ, ਲੱਗੀ ਤੇ ਭੁੱਖ ਹੈ। ਗੁਰੂ ਸਾਹਿਬ ਕਹਿੰਦੇ ਮਰਦਾਨਿਆ ਅਜੇ ਆਪਾਂ ਨਗਰ ਵਿੱਚ ਨਹੀਂ ਜਾਣਾ, ਸਮਾਂ ਆਏਗਾ ਫਿਰ ਜ਼ਰੂਰ ਚੱਲਾਂਗੇ। ਜਾਨੋ ਬ੍ਰਹਮਣ ਭੂਪਤ ਨਗਰਾ, ਕਤ ਰਾਜੇ ਟਾਪੂ ਸਗਰਾ। ਪਰ ਮਰਦ ਕਹਿੰਦੇ ਮਰਦਾਨਿਆ ਯਾਦ ਰੱਖੀ ਇੱਥੇ ਦਾ ਬ੍ਰਾਹਮਣ ਬੜਾ ਸਖਤ ਹੈ। ਰਾਜਾ ਨਾ ਬ੍ਰਾਹਮਣ ਹੈ ਜਾਂ ਪੰਡਤ ਹੈ, ਤੇ ਉਹ ਹੁਣ ਆਪਣੇ ਹਿਸਾਬ ਨਾਲ ਦੁਨੀਆ ਚਲਾਉਂਦਾ, ਜਿਵੇਂ ਰਾਜਾ ਸ਼ਿਵ ਨਾਭ ਚਲਾਉਂਦਾ ਸੀ। ਸਨਾਤਨ ਮਤ ਦੀ ਪੂਜਾ ਕਰਦਾ ਹੈ, ਮੂਰਤੀਵਾਦ ਨੂੰ ਮੰਨਣ ਵਾਲਾ ਸੀ। ਫਿਰ ਜਲ ਧਾਰੇ ਕਰਦਾ ਏ, ਉਸੇ ਤਰ੍ਹਾਂ ਜਿਵੇਂ ਦੇਵਤਿਆਂ ਨੂੰ ਭੋਗ ਲਾਇਆ ਜਾਂਦਾ ਲੱਗਦਾ ਸੀ। ਤੇ ਹਫ਼ਤੇ ਵਿੱਚ 4-4 ਦਿਨ ਦੇ ਵਰਤ ਹੋਣੇ। ਪਰ ਪਰਦੇਸੀ ਬੰਦੇ ਨੂੰ ਬੜਾ ਔਖਾ ਹੋ ਜਾਂਦਾ ਸੀ ਵਰਤ ਰੱਖਣਾ, ਭੁੱਖੇ ਮਰਨਾ। ਸਤਿਗੁਰ ਕਹਿੰਦੇ ਇਹ ਰਾਜਾ ਬ੍ਰਾਹਮਣ ਹੈ, ਆਪਣੇ ਧਰਮ ਦਾ ਪੱਕਾ ਏ, ਪਰਪੱਕ ਹੈ, ਤੇ ਇਹਦੀ ਪਰਜਾ ਵੀ ਸਾਰੀ ਇਹਦਾ ਹੁਕਮ ਮੰਨਦੀ ਹੈ। ਮਰਦਾਨਿਆਂ ਲੋਕ ਵਰਤ ਬੜੇ ਰੱਖਦੇ ਆ, ਕਈ ਦਿਨ ਭੁੱਖੇ ਰਹਿੰਦੇ ਆ। ਤੂੰ ਜੇ 3 ਦਿਨ ਭੁੱਖਾ ਰਹਿ ਗਿਆ ਤੇ ਕੀ ਹੋ ਗਿਆ? ਆਖੋ ਸਤਿਨਾਮ। ਗੱਲਾਂ ਚ ਮਰਦ ਨੇ ਵੀ ਸੁਣਾ, ਕਹਿੰਦੇ ਜੇ ਰਾਜਾ ਭੁੱਖਾ ਰਹਿ ਸਕਦਾ ਹੈ, ਤੂੰ ਭੁੱਖਾ ਰਹਿ ਜਾਏਗਾ, ਫਿਰ ਕੀ ਫਰਕ ਪੈਣਾ ਏ? ਕਹਿਤ ਪਰਸ ਪਰ ਅਸ ਬਿਦ ਬੈਨਾ, ਜੇ ਨਿਜ ਕਿੰਕਰ ਕੀ ਗਤ ਦੇਨਾ। ਮੁਕਤੀ ਦੇ ਦਾਤੇ ਸਤਿਗੁਰੂ ਆਪਣੇ ਸੇਵਕਾਂ ਦੀ ਲਾਜ ਰੱਖਣ ਵਾਲੇ। ਕਹਿੰਦੇ ਅਚਨਚੇਤ ਬੈਠੇ ਬਚਨ ਕਰਦੇ ਨੇ। ਇਹਨੂੰ ਜੰਗਲ ਵਿੱਚ ਹਲਚਲ ਹੋ ਗਈ, ਆਵਾਜ਼ ਆ ਰਹੀ ਹੈ ਦੂਰ, ਸ਼ੋਰ ਸ਼ਰਾਬਾ, ਜਿਵੇਂ ਕੋਈ ਲੜ ਪਿਆ ਹੋਵੇ, ਕਿਸੇ ਨੇ ਹਮਲਾ ਕੀਤਾ ਹੋਵੇ। ਏਸ਼ਨ ਬ੍ਰਿੰਦ ਮਿਰਗ ਲੱਗਿਆ ਏ, ਜਗਤ ਬਿਲੋਕਤ ਸੋਨਾ ਉਠਾਏ। ਜਿੱਥੇ ਸਤਿਗੁਰ ਬੈਠੇ ਆ ਨਾ ਉਸੇ ਥਾਂ ਤੇ ਹਿਰਨਾਂ ਦੀਆਂ ਡਾਰਾਂ ਆ ਗਈਆਂ। ਭੱਜੇ ਆਉਂਦੇ ਹਿਰਨ, ਮਿਰਗਾਂ ਦੀਆਂ ਡਾਰਾਂ ਏਦਾਂ ਘਬਰਾਈਆਂ ਨੇ ਜਿਵੇਂ ਕੋਈ ਉਹਨਾਂ ਦਾ ਪਿੱਛਾ ਕਰਦਾ ਹੋਵੇ, ਜਿਵੇਂ ਕੋਈ ਉਹਨਾਂ ਤੇ ਹਮਲਾ ਕਰਦਾ ਹੋਵੇ। ਇੱਕਦਮ ਭਾਈ ਮਰਦਾਨਾ, ਬਾਲਾ ਜੀ ਤੇ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਉਹਨਾਂ ਵੱਲ ਪਿਆ। ਕਹਿੰਦੇ ਇਹ ਹਲਚਲ ਬੜੀ ਖਤਰਨਾਕ ਸੀ। ਜੰਗਲ ਦੇ ਰੁੱਖਾਂ ਦੇ ਵਿੱਚੋਂ ਹਿਰਨਾਂ ਦਾ ਨਿਕਲਣਾ ਫੁੱਲ ਰਫਤਾਰੇ, ਤੇਜ਼ੀ ਨਾਲ। ਇੱਕਦਮ ਧਿਆਨ ਉਸ ਪਾਸੇ ਕੇਂਦਰਿਤ ਹੋ ਗਿਆ। ਕਹਿੰਦੇ ਹਲਚਲ ਦਾ ਮਾਹੌਲ। ਭਾਈ ਮਰਦਾਨਾ ਉੱਠ ਕੇ ਪਿੱਛੇ ਆ ਗਏ। ਸਤਿਗੁਰੂ ਇਹ ਹੋ ਕੀ ਰਿਹਾ? ਸੈਂਕੜੇ ਹਿਰਨ ਜੰਗਲ ਦੇ, ਜਿੱਧਰ ਮੂੰਹ ਆਉਂਦਾ ਦੌੜੇ ਜਾਂਦੇ। ਕੋਈ ਵਿਪਤਾ ਲੱਗਦਾ ਪਈ ਹੋਈ ਹੈ। ਭੈ ਕਰ ਭਾਗੇ ਜਾਹੇ ਅੰਗਾਰੇ, ਆਵਤ ਸ਼ੂਕਰ ਗੋਹ ਨਿਹਾਰੇ। ਅਜੇ ਹਿਰਨਾਂ ਦੀਆਂ ਡਾਰਾਂ ਖਤਮ ਨਹੀਂ ਹੋਈਆਂ, ਇਹਨੇ ਨੂੰ ਜੰਗਲੀ ਸੂਰ ਆ ਗਏ। ਉਹਨਾਂ ਤੋਂ ਵੱਧ ਖਤਰਨਾਕ। ਹੁਣ ਜੰਗਲੀ ਸੂਰ ਦੇ ਮੱਥੇ ਉੱਤੇ ਹੁੱਡ ਲੱਗੀ ਹੁੰਦੀ, ਸਿੰਘ ਜਿਹਾ ਲੱਗਿਆ ਹੁੰਦਾ, ਜਿਹਦੇ ਨਾਲ ਉਹ ਸ਼ਿਕਾਰ ਕਰਦਾ। ਕਹਿੰਦੇ ਘੁਰ ਘੁਰ ਦੀ ਆਵਾਜ਼ ਕਰਦੇ ਬੜੇ ਖਤਰਨਾਕ ਤਰੀਕੇ ਨਾਲ। ਸਤਿਗੁਰਾਂ ਦੇ ਅੱਗੋਂ ਪਿੱਛੋਂ ਜਿੱਥੋਂ ਥਾਂ ਮਿਲੀ ਭੱਜੇ ਨਾ। ਭਾਈ ਮਰਦਾਨੇ ਦੀ ਭੁੱਖ ਉਸੇ ਵੇਲੇ ਵਿਸਰ ਗਈ। ਆਖੋ ਸਤਿਨਾਮ। ਵਕਤ, ਭੀੜ, ਦੁੱਖ ਤੇ ਵਿਪਤਾ ਇਹੋ ਜਿਹੀ ਚੀਜ਼ ਹੈ, ਵੱਡਿਆਂ ਨੂੰ ਭੁੱਖ ਨਹੀਂ ਲੱਗਦੀ, ਸੁਭਾਵਿਕ ਹੈ। ਜੰਗ ਯੁੱਧ ਲੱਗ ਜੇ, ਭੀੜ ਬੜੀ ਹੋਵੇ, ਕੋਈ ਕਹਿੰਦਾ ਮੈਨੂੰ ਭੁੱਖ ਲੱਗੀ ਹੈ, ਮੈਨੂੰ ਪਿਆਸ ਲੱਗੀ ਹੈ,
ਵੱਡੇ ਵੱਡੇ ਯੁੱਧਾਂ ਦੇ ਵਿੱਚ ਲੋਕ ਕਈ ਕਈ ਦਿਨ ਭੁੱਖੇ ਪਿਆਸੇ ਲੜ ਲੈਂਦੇ ਆ, ਕਿਉਂਕਿ ਭੁੱਖ ਨਾਲੋਂ ਵੱਡਾ ਸਾਹਮਣੇ ਸ਼ਤਰੂ ਹੁੰਦਾ ਹੈ, ਦੁਸ਼ਮਣ ਹੁੰਦਾ ਹੈ, ਵਿਪਤਾ ਹੁੰਦੀ ਹੈ। ਜਿਸ ਇਨਸਾਨ ਤੇ ਵਿਪਤਾ ਪੈ ਜੇ, ਭੀੜ ਪੈ ਜੇ, ਦੁੱਖ ਪੈ ਜੇ, ਉਹਨੂੰ ਭੁੱਖ ਨਹੀਂ ਲੱਗਦੀ, ਪਿਆਸ ਵੀ ਨਹੀਂ ਲੱਗਦੀ। ਕਈਆਂ ਦੇ ਘਰਾਂ 'ਚ ਆਪਾਂ ਵੇਖਦੇ ਹਾਂ, ਰੱਬ ਨਾ ਕਰੇ ਕੋਈ ਤੁਰ ਜਾਂਦਾ ਹੈ, ਪਿੱਛੋਂ ਪਰਿਵਾਰ ਕਈ ਦਿਨ ਰੋਟੀ ਨਹੀਂ ਖਾਂਦਾ, ਪਾਣੀ ਨਹੀਂ ਪੀਂਦਾ, ਨਾ ਭੁੱਖ ਲੱਗੇ ਨਾ ਪਿਆਸ ਲੱਗੇ, ਲੋਕੀ ਧੱਕੇ ਨਾਲ ਰੋਟੀ ਧੱਕੇ ਨਾਲ ਪਾਣੀ ਪਿਲਾਉਂਦੇ। ਕਹਿੰਦੇ ਜਦੋਂ ਇਹ ਵਿਪਤਾ ਦੀ ਬਣੀ, ਭੀੜ ਬਣੀ, ਡਰ ਗਏ ਭਾਈ ਮਰਦਾਨਾ, ਕਹਿੰਦੇ ਮਹਾਰਾਜ ਆਪਾਂ ਕਿੱਥੇ ਬੈਠੇ ਆ, ਇੱਥੇ ਤੇ ਜੰਗਲੀ ਜਾਨਵਰ ਆ ਗਏ ਆ, ਕੋਈ ਹਮਲਾ ਹੋ ਗਿਆ। ਬਦਨ ਰਦਨ ਸ਼ਬ ਅਸਤੇ ਠੋਰੇ, ਜਨ ਸਸ ਗਹੇ ਰਹੋ ਬੋਦੋਰੇ। ਪਰ ਇਹਨਾਂ ਸੂਰਾਂ ਦੇ ਮੂੰਹ ਬਿਲਕੁਲ ਕਾਲੇ ਨੇ, ਜੰਗਲੀ ਸੂਰਾਂ ਦੇ ਮੂੰਹ ਕਿਸੇ ਦਾ ਕੋਈ ਰੰਗ ਹੁੰਦਾ, ਕਿਸੇ ਦਾ ਕੋਈ। ਕਿਤੇ ਭਿਆਨਕ ਦੌਰ ਵਿੱਚ ਹਿਰਨਾਂ ਦੇ ਪਿੱਛੇ ਦੌੜੇ ਜਾਂਦੇ ਆ, ਹਿਰਨ ਇਹਨਾਂ ਦੇ ਅੱਗੇ ਅੱਗੇ, ਪਰ ਇਹਨਾਂ ਦੀ ਗਿਣਤੀ ਮੁੱਕਣ 'ਚ ਨਹੀਂ ਆ ਰਹੀ। ਭਾਈ ਮਰਦਾਨਾ ਵੇਖਦਾ, ਕਹਿੰਦਾ ਬਾਬਾ ਇਹ ਤੇ ਕੋਈ ਵੱਡੀ ਵਿਪਤਾ ਏ, ਮੈਨੂੰ ਲੱਗਦਾ ਹੈ ਕੋਈ ਬਲਾ ਆਉਂਦੀ ਹੈ। ਆਏ ਤਿਨ ਕੇ ਸਵਾਨ ਪਿਛਾਰੀ, ਗਹਿਨ ਹੇਤ ਦੌਰੇ ਬਲ ਧਾਰੀ। ਪਰ ਥੋੜੀ ਦੇਰ ਬਾਅਦ ਸਮਝ ਆਈ ਵੀ ਹਿਰਨ ਤੇ ਸੂਰ ਭੱਜੇ ਕਿਉਂ ਜਾਂਦੇ ਆ। ਕਹਿੰਦੀ ਉਹਨਾਂ ਦੇ ਪਿੱਛੇ ਨਾ ਸ਼ਿਕਾਰੀ ਕੁੱਤੇ ਲੱਗੇ ਹੋਏ, ਭੌਂਕਦੇ ਆਉਂਦੇ ਆ, ਉੜਦੇ ਹੀ ਆਉਂਦੇ ਆ ਜੀ। ਸੂਰ ਆਪਣੀ ਜਾਨ ਬਚਾਉਂਦੇ ਆ, ਹਿਰਨ ਆਪਣੀ ਜਾਨ ਬਚਾਉਂਦੇ ਆ, ਵਿਚਾਰਿਆਂ ਨੂੰ ਜਿੱਦਾਂ ਰਾਹ ਲੱਭਦਾ ਭੱਜੇ ਜਾਂਦੇ, ਕਿਉਂਕਿ ਇਹ ਜਿਹੜੇ ਜੰਗਲੀ ਕੁੱਤੇ ਆ ਨਾ, ਜੰਗਲੀ ਸੂਕਰਾਂ ਦੇ ਪਿੱਛੇ ਕੁੱਕਰ ਲੱਗੇ, ਇਹ ਮਾਸਾਹਾਰੀ ਸ਼ਿਕਾਰੀਆਂ ਦੇ ਰੱਖੇ ਹੋਏ ਆ। ਕਹਿੰਦੇ ਕਈ ਕੁੱਤਿਆਂ ਨੇ ਸੂਰਾਂ ਤੇ ਝਪਟ ਵੀ ਮਾਰੀ, ਨੌਂਦਰਾਂ ਮਾਰੀਆਂ, ਤਨ ਛਿੱਲੇ ਪਏ ਆ, ਪਰ ਇਹ ਕੁੱਤੇ ਵੀ ਨਹੀਂ ਵੇਖਦੇ ਕੋਲੇ ਕੋਈ ਮਨੁੱਖ ਬੈਠੇ ਆ। ਇਹਨਾਂ ਦਾ ਟਾਰਗੇਟ ਉਹ ਜੰਗਲੀ ਜਾਨਵਰ ਸਨ, ਪਰ ਇਹ ਕੁੱਤੇ ਕੋਈ 2-4 ਨਹੀਂ, ਕਹਿੰਦੇ ਇਹ ਵੀ ਗਿਣਤੀ ਵਿੱਚ ਵਾਹ। ਹੁਣ ਗੱਲ ਸਮਝ ਆਈ ਵੀ ਇਹਨਾਂ ਸ਼ਿਕਾਰੀ ਕੁੱਤਿਆਂ ਨੇ ਜੰਗਲੀ ਜਾਨਵਰਾਂ ਦਾ ਜਿਉਣਾ ਹਰਾਮ ਕੀਤਾ ਹੋਇਆ ਏ। ਲਏ ਬਾਵਰਾਂ ਪੁੰਨਰ ਆਏ, ਬਹਿਰੀ ਬਾਜ ਨਿਸ਼ਾਨ ਉਡਾਏ। ਇਹ ਜਿਹੜੇ ਜੰਗਲੀ ਕੁੱਤੇ ਹਨ, ਇਹ ਰੱਖੇ ਨੇ ਸ਼ਿਕਾਰੀਆਂ ਦੇ, ਸ਼ਿਕਾਰੀ ਕੁੱਤੇ ਜੰਗਲੀ ਕੁੱਤਿਆਂ ਦੀ ਨਿਸ਼ਾਨੀ, ਕੋਈ ਨਸਲ ਹੁੰਦੀ। ਪਿੱਛੇ ਸ਼ਿਕਾਰੀ ਤੁਰੇ ਆਉਂਦੇ ਜਿਨ੍ਹਾਂ ਕੋਲ ਸੰਘਣੇ ਜਾਲ, ਕਾਹਦੇ ਲਈ? ਜੰਗਲੀ ਸੂਰਾਂ ਤੇ ਜਾਲ ਪਾਉਣੇ ਆ, ਹਿਰਨਾਂ ਤੇ ਜਾਲ ਪਾਉਣੇ ਆ। ਕਹਿੰਦੇ ਉਹਨਾਂ ਕੋਲ ਬਾਜ, ਇਲਮ, ਸ਼ਿਕਾਰੀ ਜਾਨਵਰ ਜਿਨ੍ਹਾਂ ਨੂੰ ਲੈ ਲੈ ਕੇ ਉਹ ਤੁਰੇ ਫਿਰਦੇ ਨਾਲ। ਕਹਿੰਦੇ ਸ਼ਿਕਾਰੀ ਭੱਜੇ ਫਿਰਦੇ, ਕੋਈ ਸੱਜੇ ਕੋਈ ਖੱਬੇ। ਭਾਈ ਮਰਦਾਨਾ ਕਹਿੰਦਾ ਪਾਛੇ ਕੀ ਹੋ ਰਿਹਾ? ਮਰਦ ਕਹਿੰਦੇ ਤੈਨੂੰ ਇਸੇ ਵਿਪਤਾ ਕਰਕੇ ਕਹਿੰਦੇ ਸੀ ਨਾ ਭੋਜਨ ਛਕਣ ਦਾ ਰਹਿ ਜਾ। ਜੇ ਤੂੰ ਇਹਨਾਂ ਦੇ ਧੱਕੇ ਚੜ ਜਾਂਦਾ ਨਾ, ਤੈਨੂੰ ਰਾਹ ਨਹੀਂ ਸੀ ਲੱਭਣਾ। ਇਹਨਾਂ ਸ਼ਿਕਾਰੀ ਲੋਕਾਂ ਨੇ ਤੈਨੂੰ ਗ੍ਰਿਫਤਾਰ ਕਰ ਲਿਆ ਇਕੱਲੇ ਨੂੰ ਜਾਣ ਕੇ। ਹੁਣ ਤੇ 3 ਬੈਠੇ ਆ, ਆਪਣੇ ਕੋਲ ਕੋਈ ਖੜਿਆ ਨਹੀਂ, ਕੋਲੇ ਬੈਠਾ ਕਹੀ ਜਾਏ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਹੁਣ ਸਮਝ ਆ ਗਈ ਵੀ ਮਹਾਰਾਜ ਮੈਨੂੰ ਕਿਹੜੀ ਵਿਪਤਾ ਤੋਂ ਬਚਾਉਂਦੇ ਸੀ। ਮੈਂ ਤੇ ਕਾਲੀ ਚੱਕੀ ਸੱਜੇ ਪਾਤਸ਼ਾਹ 3 ਦਿਨ ਹੋ ਗਏ, ਭੁੱਖ ਪਿਆਸ ਲੱਗੀ, ਪਰ ਇੱਕ ਬਚਨ ਮਹਾਰਾਜ ਨੇ ਕਿਹਾ ਸੀ ਤੇਰੀ ਭੁੱਖ ਦਾ ਫਿਕਰ ਉਸ ਪਰਮੇਸ਼ਰ ਨੂੰ ਹੈ, ਤੂੰ ਕਾਹਦਾ ਫਿਕਰ? ਉਹ ਤੇ ਸਾਰੀ ਦੁਨੀਆ ਨੂੰ ਦਾਤਾਂ ਦਿੰਦਾ ਏ, ਰੋਜੀ ਬਖਸ਼ਦਾ ਏ। ਕਿਤੇ ਭਾਈ ਮਰਦਾਨਾ ਇਕੱਠਾ ਜਾ ਕੇ ਬਹਿ ਗਿਆ। ਜਦੋਂ ਵੇਖਿਆ ਵੀ ਸ਼ਿਕਾਰੀ ਜਾਲ ਲਈ ਜਾਂਦੇ ਆ, ਤਿੱਖੀਆਂ ਤਲਵਾਰਾਂ ਉਹਨਾਂ ਕੋਲ, ਗੰਡਾਸੇ ਚੱਕੇ ਹੋਏ, ਖੂਨ ਨਾਲ ਲੱਥ-ਪੱਥ ਨੇ, ਤੇ ਕਈ ਸ਼ਿਕਾਰੀਆਂ ਨੇ ਆਪਣੇ ਮੋਢਿਆਂ ਤੇ ਮਰੇ ਹੋਏ ਸੂਰ ਤੇ ਮਰੇ ਹੋਏ ਹਿਰਨ ਰੱਖੇ ਹੋਏ ਆ, ਜਿਨ੍ਹਾਂ ਦੀਆਂ ਆਂਦਰਾਂ ਦੇ ਵਿੱਚੋਂ ਖੂਨ ਚੋ ਰਿਹਾ ਏ। ਜਿਨ ਤੇ ਬਹੁਤ ਬਿਹੰਗ ਗਹਾਏ, ਬੋਰ ਸੂਰ ਦੌਰਾ ਵਤਿਆਏ। ਕਹਿੰਦੇ ਫਿਰ ਜੰਗਲੀ ਸੂਰ ਫੇਰ ਪਿੱਛੇ ਤੁਰੇ ਆਉਂਦੇ ਆ। ਇਹ ਲੋਕ ਪੰਛੀਆਂ ਨੂੰ ਫੜ ਫੜ ਕੇ ਲੈ ਕੇ ਆਉਂਦੇ ਆ, ਮਾਰੇ ਹੋਏ ਆ, ਤੜਫਾਏ ਹੋਏ ਆ। ਇਹਨਾਂ ਨੂੰ ਵੇਖ ਕਰਕੇ ਭਾਈ ਮਰਦਾਨਾ ਕਹਿੰਦਾ ਪਾਤਸ਼ਾਹ ਆਪਾਂ ਨੂੰ ਇਹ ਦੇਸ਼ ਛੱਡ ਦੇਣਾ ਚਾਹੀਦਾ, ਆਪਾਂ ਇੱਥੇ ਰਹਿਣਾ ਨਹੀਂ ਚਾਹੁੰਦੇ। ਗੁਰੂ ਸਾਹਿਬ ਹੱਸ ਕੇ ਕਹਿੰਦੇ ਮਰਦਾਨਿਆ ਜੇ ਆਪਾਂ ਇੱਥੋਂ ਗਏ ਫੇਰ ਕਈ ਦਿਨ ਲੱਗ ਜਾਣੇ ਆ, ਭੁੱਖ ਸਤਾਏਗੀ, ਪਿਆਸ ਸਤਾਏਗੀ। ਕਹਿੰਦਾ ਨਹੀਂ ਪਾਤਸ਼ਾਹ ਭੁੱਖ ਪਿਆਸ ਦਾ ਸਰ ਜੂਗਾ, ਆਪਾਂ ਇਹ ਨਗਰ ਛੱਡ ਕੇ ਕਿਤੇ ਦੂਰ ਚੱਲੀਏ। ਇਨਕੇ ਪਾਛੇ ਹੋ ਤੋ ਭਵਾਲਾ, ਜਾ ਕੀ ਸੋਭਾ ਦਿਵਤ ਬਿਸਾਲਾ। ਜਦੋਂ ਕਹਿੰਦੇ ਭਾਈ ਮਰਦਾਨਾ ਇਹ ਤਰਲੇ ਮਿੰਨਤਾਂ ਕਰਦਾ ਹੈ, ਇਹਨੇ ਨੂੰ ਪਿੱਛੇ ਤੋਂ ਕੁਝ ਸਿਪਾਹੀ, ਕੁਝ ਫੌਜਾਂ ਚੜ੍ਹ ਕੇ ਆਈ, ਜਿਨ੍ਹਾਂ ਫੌਜਾਂ ਦੇ ਪਿੱਛੇ ਇੱਕ ਰਾਜੇ ਦੀ ਸਵਾਰੀ ਚੱਲੀ ਆਉਂਦੀ ਹੈ। ਉਹ ਰਾਜਾ ਘੋੜੇ ਤੇ ਸਵਾਰ ਹੈ,
ਉਹਦੇ ਨਾਲ ਉਹਦੇ ਸਾਥੀ ਤੁਰੇ ਆਉਂਦੇ ਆ। ਆਸੇ ਪਾਸੇ ਘੋੜ ਸਵਾਰ ਹਨ ਜਿਨ੍ਹਾਂ ਕੋਲ ਤੇਜ਼ ਹਥਿਆਰ ਨੇ। ਜੈ ਬੈਸੇ ਬੇਦੀ ਕੁਲ ਦੀਪਾ, ਸੋ ਚੱਲਿਆ ਵੇ ਤਵੇ ਸਮੀਪਾ। ਕਹਿੰਦੇ ਇੰਨੇ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੇਖਿਆ ਨਜ਼ਰ ਭਰ ਕੇ, ਤੇ ਉਧਰੋਂ ਆਉਂਦਾ ਰਾਜਾ, ਉਧਰੋਂ ਆਉਂਦਾ ਰਾਜਾ ਇੱਕਦਮ ਰੁਕ ਗਿਆ। ਉਹ ਵੇਖ ਕੇ ਹੈਰਾਨ ਹੈ ਵੀ ਇੱਥੇ ਆਇਆ ਕੌਣ ਹੈ, ਕਿਹੜਾ ਮਨੁੱਖ, ਇਹ ਕੌਣ ਹਨ ਦਰਵੇਸ਼ ਜੋ ਸੰਘਣੇ ਜੰਗਲ ਵਿੱਚ ਬੈਠੇ ਨੇ, ਕਿਸੇ ਜੰਗਲੀ ਜਾਨਵਰ ਤੋਂ ਡਰੇ ਨਹੀਂ, ਡਰਦੇ ਨਹੀਂ ਕਿਸੇ, ਬੜੇ ਸ਼ਾਂਤ ਬੈਠੇ ਆ। ਕਹਿੰਦੇ ਉਹਨੇ ਆਪਣੇ ਸਿਪਾਹੀਆਂ ਨੂੰ ਹੁਕਮ ਕੀਤਾ ਵੀ ਸਵਾਰੀ ਰੋਕੀ ਜਾਏ। ਪਰ ਇਹ ਰਾਜਾ ਜੋ ਇਹਦੇ ਅੱਗੋਂ ਜੋ ਕੁਝ ਵੀ ਲੰਘਿਆ ਗੁਰੂ ਸਾਹਿਬ ਦੇ, ਉਹ ਸ਼ਿਕਾਰ ਖੇਡਣ ਆਇਆ ਹੋਇਆ ਸੀ। ਹਾਹਾਕਾਰ ਮਚਾਈ ਹੋਈ ਰਾਜੇ ਨੇ। ਹੁਣ ਇਹਦਾ ਦੇਸ਼ ਹੈ, ਇਹਦਾ ਜੰਗਲ ਹੈ, ਰਾਜੇ ਸ਼ੌਕੀਨ ਹੁੰਦੇ ਨੇ ਸ਼ਿਕਾਰ ਖੇਡਣ, ਮਾਸ ਖਾਣ ਦੇ। ਜਦੋਂ ਸਤਿਗੁਰ ਸੱਚੇ ਪਾਤਸ਼ਾਹ ਨੂੰ ਦੂਰੋਂ ਵੇਖਿਆ ਨਾ, ਉਸ ਰਾਜੇ ਦੇ ਵਜ਼ੀਰ ਆਖਦੇ ਆ, ਕਹਿੰਦੇ ਰਾਜੇ ਨੂੰ ਕੋਈ ਫਕੀਰ ਲੱਗਦੇ ਆ, ਦਰਵੇਸ਼ ਬੈਠੇ ਲੱਗਦੇ ਆ। ਮੈਨੂੰ ਲੱਗਦਾ ਹੈ ਇਹ ਸਾਧੂ ਪਰਦੇਸੀ ਹਨ। ਮਰਦਾਨੇ ਸੋ ਬੋਲਿਓ ਐਸੇ, ਆਹੋ ਕੌਣ ਤੁਮ ਕਾਨਨ ਬੈਸੇ। ਗੁਰੂ ਨਾਨਕ ਸਾਹਿਬ ਤੋਂ ਥੋੜੀ ਦੂਰੀ ਤੇ ਭਾਈ ਮਰਦਾਨਾ ਬੈਠਾ ਰੁੱਸਿਆ ਹੋਇਆ, ਡਰਿਆ ਵੀ ਹੋਇਆ, ਰੁੱਸਿਆ ਵੀ ਅੰਦਰੋਂ, ਮੈਂ ਨਹੀਂ ਬੁਲਾਉਣਾ, ਮੈਨੂੰ ਨਗਰ 'ਚ ਨਹੀਂ ਜਾਣ ਦਿੰਦੇ, ਮੈਨੂੰ ਭੋਜਨ ਨਹੀਂ ਦਿੰਦੇ। ਕਹਿੰਦੀ ਉਹ ਅਚਨਚੇਤ ਰਾਜਾ ਕੋਲ ਆ ਕੇ ਘੋੜਾ ਖੜਾਇਆ, ਬਾਕੀ ਸਿਪਾਹੀ ਅੱਗੇ ਚਲੇ ਗਏ। ਕਹਿੰਦਾ ਹਾਂ ਭਾਈ ਆਉਣਾ ਨੂੰ। ਭਾਈ ਮਰਦਾਨਾ ਪਹਿਲਾਂ ਹੀ ਗੁੱਸੇ 'ਚ ਬੈਠਾ ਸੀ ਤੇ ਰਾਜਾ ਪੁੱਛਦਾ ਹੁਣ ਵੇਖਿਓ ਸਾਧੂ ਕਿੱਡੇ ਬੇਪਰਵਾਹ। ਰਾਜੇ ਦੇ ਸਿਰ ਤੇ ਕਲਗੀ ਲੱਗੀ, ਸੋਹਣੇ ਵਸਤਰ ਪਾਏ ਹੋਏ ਆ, ਸੋਨੇ ਨਾਲ ਲੱਦਿਆ ਹੋਇਆ, ਨਾਲ ਉਹਦੇ ਚੌਕੀਦਾਰ ਤੁਰੇ ਫਿਰਦੇ ਆ, ਸਿਕਿਉਰਿਟੀ। ਭਾਈ ਮਰਦਾਨੇ ਨੂੰ ਝੁਕ ਕੇ ਪੁੱਛਦਾ ਏ, ਕਹਿੰਦਾ ਤੁਸੀਂ ਕੌਣ, ਇੱਥੇ ਕਿਵੇਂ ਆਏ ਹੋ। ਬੈਸਿਓ ਖਿਜਤ ਸਰਾਜ ਲਾਗੇ, ਨਿਰਪ ਬੁਝੇ ਤੇਜ ਪੁਨ ਜਾਗੇ। ਜਦੋਂ ਕਹਿੰਦੇ ਪਹਿਲੀ ਵਾਰ ਭਾਈ ਮਰਦਾਨੇ ਨੂੰ ਪੁੱਛਿਆ ਤੇ ਭਾਈ ਮਰਦਾਨਾ ਜੀ ਬੋਲੇ ਨਾ ਅੱਖਾਂ ਦੀਆਂ ਕੱਢ ਕੇ ਸਿਰ ਨੀਵਾਂ ਕਰ ਲਿਆ। ਰਾਜੇ ਨੂੰ ਲੱਗਿਆ ਵੀ ਸ਼ਾਇਦ ਕੋਈ ਵਿਪਤਾ ਦੇ ਮਾਰੇ ਹੋਣਗੇ ਫਕੀਰ ਸਾਧੂ, ਕਿਉਂਕਿ ਰਾਜਾ ਧਰਮੀ ਹੈ, ਬੇਸ਼ੱਕ ਉਹ ਬ੍ਰਾਹਮਣ ਹੈ, ਪਰ ਸਾਧੂਆਂ ਦਾ ਅਦਬ ਕਰਦਾ ਹੈ, ਸਤਿਕਾਰ ਕਰਦਾ ਹੈ। ਇਹਨਾਂ ਕਿਹੜਾ ਕੋਈ ਕ੍ਰਾਈਮ ਕੀਤਾ ਸੀ ਜਾਂ ਜਰਾਇਮ ਪੇਸ਼ਾ ਸੀ। ਭਾਈ ਮਰਦਾਨੇ ਨੂੰ ਜਦੋਂ ਦੂਜੀ ਵਾਰ ਬੁਲਾਇਆ, ਪਹਿਲਾਂ ਤੇ ਭਾਈ ਮਰਦਾਨਾ ਬੋਲਿਆ ਨਾ, ਹੁਣ ਮਰਦਾਨਾ ਜੀ ਨੂੰ ਗੁੱਸਾ ਚੜ੍ਹ ਗਿਆ ਵੀ ਇਹ ਕੌਣ ਆ ਮੈਨੂੰ ਬੁਲਾਉਣ ਵਾਲਾ। ਜਦੋਂ ਮੇਰੇ ਆਪਣੇ ਮੈਨੂੰ ਨਹੀਂ ਪੁੱਛਦੇ ਤੇ ਇਹ ਕੌਣ ਹੈ ਪੁੱਛਣ ਵਾਲਾ ਵੀ ਤੂੰ ਕੌਣ ਹੈ। ਰਾਜਾ ਬੜੇ ਅਦਬ ਨਾਲ ਪੁੱਛੇ, ਕਹਿੰਦਾ ਉਹ ਫਕੀਰਾ ਕੌਣ ਹੈ ਤੂੰ, ਕਿੱਥੋਂ ਆਇਆ ਤੂੰ। ਭਾਈ ਮਰਦਾਨਾ ਗੁੱਸੇ 'ਚ ਭਰਿਆ, ਇੱਕ ਤੇ ਜੀ ਕਰੇ ਕੋਈ ਚੋਕੇ ਮਾਰੋ, ਡਰ ਨਹੀਂ ਹੈ ਕਿਸੇ, ਕਿਉਂਕਿ ਭੁੱਖ ਦਾ ਦੁੱਖ ਇੰਨਾ ਵੱਡਾ ਏ, ਉਹਦੇ ਸਾਹਮਣੇ ਤੁਹਾਨੂੰ ਕੋਈ ਵੀ ਦੁੱਖ ਵੱਡਾ ਨਹੀਂ ਲੱਗਦਾ, ਸੁਭਾਵਿਕ ਗੱਲ ਹੈ। ਰਾਜੇ ਨੇ ਤੀਜੀ ਵਾਰ ਫੇਰ ਪੁੱਛਿਆ, ਭਾਈ ਦੱਸੋ ਤੁਸੀਂ ਕੌਣ ਹੋ, ਕਿੱਥੇ ਆਏ ਹੋ, ਇੱਥੇ ਕੀ ਮਿਲਣਾ ਆਏ। ਕਹਿਣ ਲੱਗਿਓ ਲੋਚਨ ਤੁਝ ਸੰਗਾ, ਦੇਖੋ ਹਮਾ ਨੁਕਸਰ ਬੰਗਾ। ਤੇ ਫਿਰ ਖਿੱਚ ਕੇ ਭਾਈ ਮਰਦਾਨਾ ਕਹਿੰਦਾ ਉਹ ਤੇਰੇ ਕੋਲ ਅੱਖਾਂ ਹੈਗੀਆਂ। ਕਾਸ਼ੀ ਨੂੰ ਕਹਿੰਦਾ, ਰਾਜਾ ਬੜਾ ਹੈਰਾਨ ਵੀ ਤੇ ਬੰਦਾ ਖਾਣ ਨੂੰ ਪੈਂਦਾ ਹੈ। ਕਹਿੰਦਾ ਜੇ ਤੇਰੇ ਕੋਲ ਅੱਖਾਂ ਨੇ ਤੇ ਵੇਖ ਲਾ, ਅਸੀਂ ਵੀ ਮਨੁੱਖੀਆਂ ਕੋ ਸਤਨਾਮ ਜਾਨਵਰ ਨਹੀਂ ਆ। ਖਿੱਚ ਕੇ ਬੋਲਿਆ। ਰਾਜਾ ਬੜਾ ਹੈਰਾਨ ਹੋ, ਡਰ ਗਿਆ ਵੀ ਐਡਾ ਬਲੀ ਬੰਦਾ ਜਿਹੜਾ ਰਾਜੇ ਨੂੰ ਟਿੱਚ ਸਮਝਦਾ। ਸੁਭਾਵਿਕ ਗੱਲ ਹੈ, ਜਿਸ ਰਾਜੇ ਨਾਲ ਇੰਨੀਆਂ ਫੌਜਾਂ ਤੁਰੀਆਂ ਫਿਰਦੀਆਂ, ਲੋਕੀ ਪਾਣੀ ਵੀ ਉਹਨੂੰ ਪੁਣ ਪੁਣ ਕੇ ਬੁਲਾਉਂਦੇ, ਹਵਾ ਵੀ ਉਹਦੇ ਕੋਲ ਪੁੱਛ ਕੇ ਆਉਂਦੀ ਹੈ। ਪਰ ਭਾਈ ਮਰਦਾਨਾ ਅਣਜਾਣ ਹੈ, ਉਹ ਨਹੀਂ ਜਾਣਦਾ ਕੌਣ ਹੈ, ਪਰ ਉਹਨੂੰ ਆਪਣਾ ਦੁੱਖ ਸੀ, ਉਹਨੇ ਕੀ ਲੈਣਾ ਕਿਸੇ। ਰਾਜਾ ਫਿਰ ਪੁੱਛਦਾ ਹੈ, ਕਹਿੰਦਾ ਮੈਂ ਤੈਨੂੰ ਪੁੱਛਿਆ ਕੌਣ ਹੈ, ਕਹਿੰਦਾ ਦਿਖਦਾ ਨਹੀਂ ਤੈਨੂੰ, ਐਡੀਆਂ ਐਡੀਆਂ ਅੱਖਾਂ ਲਈ ਫਿਰਦਾ ਹੈ, ਤੈਨੂੰ ਬੰਦੇ ਦਿਸਦੇ ਨਹੀਂ। ਮਦਰ ਬੈਨ ਸੁਣ ਬੈਨ ਲਾਏ, ਹੋ ਅਤੀਤ ਤੁਮ ਦੇਹੋ ਬਤਾਏ। ਹੁਣ ਇਸ ਰਾਜੇ ਦਾ ਨਾਮ ਸੀ ਮਦਰ ਬੈਨ। ਮਦਰ ਬੈਨ ਕਿਉਂ ਨਾਮ ਸੀ ਇਹਦਾ, ਬੜਾ ਮਿੱਠਾ ਬੋਲਦਾ ਸੀ, ਤੁਹਾਡੇ ਸਾਹਮਣੇ ਹੀ ਹੈ। ਕੋਈ ਰਾਜੇ ਨੂੰ ਇਹ ਕਰਕੇ ਬੋਲੇ, ਅਗਲਾ ਕਹਿੰਦਾ ਲਾ ਦੇ ਗਾਟਾ ਵੇਖੀ ਜਾਊਗੀ ਕੰਗ ਦੇ ਬਾਰੇ। ਅੱਗੇ ਰਾਜਿਆਂ ਦੇ ਕੰਮ ਹੀ ਹੁੰਦੇ ਸੀ। ਮਦਰ ਨਾਮ ਹੁੰਦਾ ਮਿੱਠੇ ਦਾ, ਸ਼ਹਿਦ ਦਾ, ਬੈਨ ਨਾਮ ਹੁੰਦਾ ਬੋਲਣ ਦਾ। ਮਿੱਠਾ ਬੋਲਣ ਵਾਲਾ ਰਾਜਾ ਮਦਰ ਬੈਨ ਕਹਿੰਦਾ, ਉਹ ਪਰਦੇਸੀ ਫਕੀਰਾ ਮੈਂ ਤੈਨੂੰ ਤਾਂ ਹੀ ਪੁੱਛਿਆ ਤੂੰ ਹੈ ਕੌਣ ਹੈ, ਮੈਨੂੰ ਤੇ ਲੱਗਦਾ ਤੂੰ ਕੋਈ ਅਤੀਤ ਸਾਧੂ ਹੈ, ਬੰਦਗੀ ਵਾਲਾ ਤੂੰ ਤੇ ਕੋਈ ਭਗਤੀ ਕਰਨ ਵਾਲਾ ਹੈ, ਵੇਖੀ ਕਿਤੇ ਸ਼ਰਾਫ ਨਾ ਦੇ ਦੀ ਮੈਨੂੰ।
ਰਾਜਾ ਬੜੇ ਪਿਆਰ ਚ ਭੇਜਿਆ। ਭਾਈ ਮਰਦਾਨੇ ਨੂੰ ਹੱਥ ਜੋੜ ਕੇ ਘੋੜੇ ਤੇ ਬੈਠਾ, ਕਹਿੰਦਾ ਬਾਕੀ ਬੜੇ ਹੈਰਾਨ, ਕਹਿੰਦੇ ਯਾਰ ਰਾਜਾ ਆਇਆ ਸ਼ਿਕਾਰ ਖੇਡਣਾ ਹੈ, ਗੁੱਸੇ ਚ ਭਰਿਆ ਵੀ ਸ਼ਿਕਾਰ ਥੋੜਾ ਹੋਇਆ ਹੈ, ਇਹ ਕਿਹਦੇ ਅੱਗੇ ਹੱਥ ਜੋੜ ਕੇ ਖੜ ਗਿਆ? ਆਸੇ ਪਾਸੇ ਭੀੜ ਹੋ ਗਈ ਜੀ, ਹੁਣ ਜੰਗਲ ਸੀ, ਸੰਘਣਾ ਦੇ ਉੱਤੇ ਬੈਠੇ। ਉਹ ਭਾਈ ਮਰਦਾਨੇ ਨੇ ਬੋਲੇ ਤੇ ਭਾਈ ਮਰਦਾਨੇ ਕੱਬਾ ਹੋ ਕੇ ਬੋਲਿਆ, ਕਹਿੰਦਾ ਜਾ ਚਲਿਆ ਜਾਵੇ, ਤੂੰ ਸਾਡੇ ਤੋਂ ਕੀ ਲੈਣਾ? ਉਹ ਕਹਿੰਦਾ ਜੀ ਮੈਂ ਪੁੱਛਦਾ ਵੀ ਤੁਸੀਂ ਮੇਰੇ ਇਲਾਕੇ 'ਚ ਆਏ ਹੋ, ਮੇਰੇ ਦੇਸ਼ ਵਿੱਚ ਆਏ ਹੋ, ਮੇਰਾ ਫਰਜ਼ ਬਣਦਾ ਹੈ ਕੋਈ ਭੁੱਖਾ ਪਿਆਸਾ ਦੁਖੀਆ ਪਰਦੇਸੀ ਕਿਤੋਂ ਆਇਆ ਤੇ ਮੈਂ ਸੇਵਾ ਪਾਣੀ ਕਰ ਸਕਾਂ। ਹੱਥ ਜੋੜ ਕੇ ਰਾਜਾ ਮਦਰ ਬੈਨ ਆਖਣ ਲੱਗਿਆ, ਮੈਨੂੰ ਦੱਸੋ ਤੇ ਸਹੀ ਤੁਸੀਂ ਕਿੱਥੋਂ ਆਏ ਹੋ, ਮੈਨੂੰ ਤਾਂ ਸਾਧੂ ਲੱਗਦੇ ਹੋ ਕੋਈ ਬੰਦਗੀ ਵਾਲੇ। ਭਾਈ ਮਰਦਾਨਾ ਕਹਿੰਦਾ ਨਾ ਹੋ ਗਿਆ, ਦਿਖਦਾ ਵੀ ਤੈਨੂੰ? 3 ਜਣੇ ਆ, ਨਾਲੇ ਤੇਰਾ ਇੱਥੇ ਕੀ ਕੰਮ ਹੈ? ਤੂੰ ਸਾਡੇ ਕੋਲ ਕੀ ਕਰਨੇ ਆਇਆ ਏ? ਕਹਿ ਬੋਲਿਓ ਮਰਦਾਨਾ, ਤੁਝ ਕਿਆ ਲੋਚਨ ਸੰਗ ਦਿਖਾਨਾ। ਰਾਜਿਆ ਜੇ ਤੈਨੂੰ ਅੱਖਾਂ ਤੋਂ ਨਹੀਂ ਦਿਸਦਾ ਤੇ ਮੇਰਾ ਕੀ ਕਸੂਰ? ਰਾਜਾ ਸੋਚਦਾ ਸੀ ਰਾਜ ਮੇਰਾ, ਪਰ ਬਾਣੀ ਕਹਿੰਦੀ ਕਬੀਰ ਸਗਲੀ ਧਰਤੀ ਸਾਧਕੀ। ਇਹ ਧਰਤੀ ਸਾਧੂਆਂ ਦੀ ਹੈ, ਆ ਠੱਗ ਸਾਧ ਨਹੀਂ ਜਿਹੜੇ ਲੁੱਟਦੇ ਫਿਰਦੇ ਭਾਰਤ ਦੇਸ਼। ਸਾਧੂ ਜਿਨ੍ਹਾਂ ਨੇ ਤਨ ਮਨ ਸਾਧਿਆ ਹੋਇਆ, ਕਹਿੰਦੇ ਸਾਧੂ ਦੀ ਧਰਤੀ ਹੈ ਸਾਰੀ, ਜਿੱਥੇ ਮਰਜ਼ੀ ਬਹਿ ਜੇ। ਜਿਸ ਰਾਜੇ ਦਾ ਰਾਜ ਹੈ, ਜਿਹਦਾ ਦੇਸ਼ ਹੈ, ਉਹ ਰਾਜਾ ਉਸ ਵੇਲੇ ਪੁੱਛਦਾ ਵੀ ਤੂੰ ਕੌਣ ਹੈ? ਕਹਿੰਦਾ ਤੈਨੂੰ ਨਹੀਂ ਦੱਸਣਾ ਅੱਖਾਂ ਤੋਂ, ਤੂੰ ਮੈਨੂੰ ਪੁੱਛਦਾ ਕੀ ਹੈ? ਜਦੋਂ ਕਹਿੰਦੇ ਇਹ ਬਚਨ ਸੁਣਿਆ, ਰਾਜੇ ਨੇ ਗੁੱਸਾ ਨਹੀਂ ਕੀਤਾ, ਉਹਨੂੰ ਲੱਗਿਆ ਕੋਈ ਬੇਪਰਵਾਹ ਸਾਧੂ ਹੈ, ਕੋਈ ਬੇਪਰਵਾਹ ਰੱਬ ਦਾ ਪਿਆਰਾ ਫਕੀਰ ਹੈ ਜੋ ਬੁਲਾਇਆ ਬੋਲਦਾ ਨਹੀਂ। ਹੱਸ ਕੇ ਬੰਕਨੇ ਨ ਕਰ ਹੀਰਾ, ਮੇਰੇ ਸੋ ਬੋਲਿਓ ਬਚਨ ਨਾ ਫੇਰਾ। ਕਹਿੰਦੇ ਉਸ ਵੇਲੇ ਭਾਈ ਮਰਦਾਨਾ ਡਰਿਆ ਨਹੀਂ, ਅੱਖ 'ਚ ਅੱਖ ਪਾ ਕੇ ਗੱਲ ਕਰਦਾ ਉਸ ਰਾਜੇ ਦੀ। ਰਾਜਾ ਬੜਾ ਹੈਰਾਨ ਵੀ ਸਾਧੂ ਬੜੇ ਦੇਖੇ ਆ ਤੇ ਬੜਾ ਕੱਬਾ ਜਿਹਾ ਸਾਧ, ਕਿਤੇ ਟੁੱਟ ਕੇ ਪੈਂਦਾ। ਜਦੋਂ ਭਾਈ ਬਾਲਾ ਜੀ ਕਹਿੰਦੇ ਮੈਂ ਵੇਖਿਆ ਵੀ ਇਹ ਸਾਡਾ ਗੁੱਸਾ ਰਾਜੇ ਦੇ ਲਾਉਣ ਲੱਗਿਆ ਹੋਇਆ ਹੈ, ਜੇ ਰਾਜੇ ਨੇ ਫੜ ਕੇ ਅੰਦਰ ਕਰਤਾ ਕੌਣ ਛੜਾਊ? ਰਾਜਾ ਹੈ, ਉਹਨੇ ਵੇਖਣਾ ਵੀ ਇਹ ਮੇਰਾ ਨਰਾਦਰ ਕਰਦੇ ਆ, ਚੱਲ ਫੜੋ ਇਹਨੂੰ ਅੰਦਰ ਕਰ ਦਿਓ, ਗ੍ਰਿਫਤਾਰ ਕਰ ਦਿਓ, ਸਜ਼ਾ ਦੇਗਾ। ਭਾਈ ਬਾਲਾ ਜੀ ਸੋਚਦੇ ਆ ਵੀ ਇਹ ਗੁੱਸਾ ਰਾਜੇ ਤੇ ਕਰਨ ਲੱਗਿਆ ਹੋਇਆ। 3 ਵਾਰ ਰਾਜੇ ਨੇ ਪੁੱਛਿਆ ਮਦਰ ਬਹਿਨ ਨੇ, ਕਹਿੰਦਾ ਤੁਸੀਂ ਅਤੀਤ ਸਾਧ ਹੋ, ਅਤੀਤ ਵਰਾਗੀ ਹੋ? ਕਹਿੰਦਾ ਤੈਨੂੰ ਨਹੀਂ ਦਿਸਦਾ ਲਿਬਾਸ ਕਿਹੜਾ ਪਾਇਆ ਸੀ? ਸਾਧੂ ਆ, ਫਕੀਰ ਆ, ਨਾਲੇ ਤੂੰ ਕੌਣ ਹੋਣਾ ਸਾਨੂੰ ਪੁੱਛਣ ਵਾਲਾ? ਰਾਜਾ ਚੁੱਪ। ਇੰਨਿਆਂ ਸਾਹਮਣੇ ਰਾਜੇ ਦੀ ਹਲਕ ਜੀ ਹੋ ਗਈ, ਮਹਿਸੂਸ ਕਰਦਾ ਹੈ ਵੀ ਇਹ ਲੱਗਦਾ ਕੋਈ ਬੇਪਰਵਾਹ ਰੱਬ ਦਾ ਪਿਆਰਾ। ਜੇ ਕੋਈ ਹੋਰ ਰਾਜਾ ਹੁੰਦਾ ਗਰਦਨ ਲਾ ਦਿੰਦਾ, ਜੇ ਮੁਗਲ ਕਾਲ ਦਾ ਹੁੰਦਾ। ਇਹਦਾ ਮਤਲਬ ਉਹ ਰਾਜਾ ਸੱਚੀ ਰੱਬ ਨਾਲ ਜੁੜਿਆ, ਉਹ 'ਚ ਨਿਮਰਤਾ ਹੀ ਨਹੀਂ ਹੈ। ਉਹਨੇ ਵੇਖਿਆ 2-3 ਸਾਧੂ ਫਕੀਰ ਬੈਠੇ ਨੇ, ਇਹਨਾਂ ਨੂੰ ਭੁੱਖ ਪਿਆਸ ਲੱਗੀ ਹੋਈ, ਕਿਸੇ ਪਦਾਰਥ ਦੀ ਜ਼ਰੂਰਤ ਹੋਣੀ, ਇਸ ਕਰਕੇ ਬੜੇ ਅਦਬ ਦੇ ਨਾਲ ਘੋੜਾ ਰੋਕ ਕੇ ਉਸ ਵੇਲੇ ਪੁੱਛਦਾ ਏ, ਨੀਚ ਢੀਠ ਕਰ ਬੈਠ ਰਹਾਵਾ, ਜੇ ਕੇ ਕੋਨੇ ਬੋਲ ਸਖਾਵਾ। ਜਿਸ ਵੇਲੇ ਢੀਠ ਹੋ ਕੇ ਭਾਈ ਮਰਦਾਨਾ ਬੈਠਾ ਰਿਹਾ ਨਾ, ਬੋਲਿਆ ਹੀ ਨਾ। ਭਾਈ ਬਾਲਾ ਜੀ ਕਹਿੰਦੇ ਮੈਂ ਗੁਰੂ ਨਾਨਕ ਸਾਹਿਬ ਜੀ ਵੱਲ ਵੇਖਿਆ, ਮੱਝ ਨੇ ਇਸ਼ਾਰਾ ਕੀਤਾ, ਬਾਲਿਆ ਤੂੰ ਬੋਲਣਾ। ਇਹ ਆਪਣੀ ਰੋਟੀ ਦੀ ਭੁੱਖ, ਰੋਟੀ ਦਾ ਦੁੱਖ ਇਸ ਰਾਜੇ ਉੱਤੇ ਲਾਉਣ ਲੱਗਿਆ ਹੋਇਆ ਹੈ, ਪਰ ਭਾਈ ਮਰਦਾਨਾ ਅੱਖਾਂ ਕੱਢਣੋਂ ਨਹੀਂ ਹਟਦਾ। ਬੇਸ਼ੱਕ ਉਹ ਚੁੱਪ ਹੋ ਗਿਆ, 2-3 ਵਾਰ ਰਾਜੇ ਨੂੰ ਆਖਿਆ, ਉਹ ਕਹਿੰਦਾ ਤੂੰ ਅੰਨਾ ਹੋ ਗਿਆ, ਤੈਨੂੰ ਨਹੀਂ ਦੱਸਣਾ ਸੀ ਕੌਣ ਆ, ਕਿੱਥੋਂ ਆਏ ਆ, ਤੂੰ ਕੀ ਲੈਣਾ ਸਾਨੂੰ ਪੁੱਛ ਕੇ? ਇਹ ਆ ਬੇਪਰਵਾਹੀ। ਵੱਡੇ ਲੋਕ ਕਈ ਵਾਰ ਨਾ ਡਰ ਜਾਂਦੇ ਆ, ਜਦੋਂ ਬੇਪਤਾ ਹੋਵੇ, ਕੋਈ ਸਾਹਮਣੇ ਰਾਜਾ ਮਹਾਰਾਜਾ ਖੜਾ ਹੋਵੇ ਨਾ, ਮਨੁੱਖ ਡਰ ਜਾਂਦਾ ਹੈ, ਪਰ ਭਾਈ ਮਰਦਾਨਾ ਡਰਿਆ। ਗੁਰੂ ਨਾਨਕ ਸਾਹਿਬ ਜੀ ਦੀ ਆਗਿਆ ਪਾ ਕੇ ਭਾਈ ਬਾਲਾ ਜੀ ਕਹਿੰਦੇ ਮੈਂ ਹੱਥ ਜੋੜ ਕੇ ਉਸ ਰਾਜੀ ਨੂੰ ਆਖਿਆ, ਅਸੀਂ ਪਰਦੇਸੀ ਹਾਂ, ਵਿਦੇਸ਼ੀ ਹਾਂ, ਰੱਬ ਦੇ ਪਿਆਰੇ ਹਾਂ, ਭਗਤੀ ਕਰਦੇ ਕਰਦੇ ਜੰਗਲਾਂ ਵਿੱਚ ਵਿਚਰਦੇ ਹਾਂ। ਸੁਣ ਸ੍ਰੀ ਅੰਗਦ ਮੈਂ ਤਬ ਜਾਣੀ, ਸ੍ਰੀ ਨਾਨਕ ਹੈ ਤੂੰ ਸੰਥਾਨੀ। ਤੇ ਫੇਰ ਉਸ ਵੇਲੇ ਮੈਂ ਉਸ ਰਾਜੇ ਨੂੰ ਆਖਿਆ, ਮੈਂ ਕਿਹਾ ਰਾਜਾ ਮਦਰ ਬਹਿਨ ਜੀ, ਕਿਉਂਕਿ ਰਾਜੇ ਨੇ ਦੱਸਤਾ ਵੀ ਮੇਰਾ ਨਾਂ ਤੇ ਮਦਰ ਬਹਿਨ ਆ, ਤੁਸੀਂ ਕੌਣ, ਕਿੱਥੋਂ ਆਏ ਹੋ? ਕਹਿੰਦੇ ਜੀ ਇਹ ਹਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, ਆਪ ਪਰਮੇਸ਼ਵਰ, ਆਪ ਸਤਿਗੁਰੂ, ਇਹ ਬੜੀ ਦੂਰੋਂ ਚੱਲ ਕੇ ਆਏ ਨੇ ਦੁਨੀਆ ਦਾ ਉਧਾਰ ਕਰਕੇ। ਰਾਜੇ ਨੇ ਸੁਣਿਆ, ਉਹਨੇ ਇਹ ਨਾਮ ਕਿਤੇ ਪਹਿਲਾਂ ਸੁਣਿਆ ਹੋਇਆ ਸੀ। ਕਿੱਥੇ ਸੁਣਿਆ? ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਰਾਜੇ ਸੁਦਰਸੈਨ ਕੋਲ ਰਹਿ ਕੇ ਆਏ ਆ ਨਾ, 1 ਮਹੀਨਾ ਕੱਟਿਆ, ਕਿ ਰਾਜਿਆਂ ਦੇ ਰਾਜੇ ਮਿੱਤਰ ਹੁੰਦੇ ਆ। ਰਾਜੇ ਸੁਦਰਸੈਨ ਨੇ ਦੱਸਿਆ ਸੀ, ਉਹ ਮੇਰੇ ਨਗਰ ਰੱਬ ਆਇਆ ਹੋਇਆ, ਜੇ ਤੇਰੇ ਭਾਗ ਜਾਗੇ, ਜੇ ਤੇਰੀ ਕਿਤੇ ਭਾਵਨਾ ਜਾਗ ਵੀ ਤੇਰੇ ਕੋਲ ਆਪੀ ਆ ਜਾਊਗਾ।
ਤੇ ਕਹਿੰਦੀ ਉਹ ਰਾਜੇ ਨੂੰ ਲੱਗਿਆ ਵੀ ਕਿਤੇ ਨਾਨਕ ਜੀ ਉਹ ਤੇ ਨਹੀਂ ਆ, ਪਰ ਉਹ ਫਿਰ ਭਾਈ ਮਰਦਾਨੇ ਵੱਲ ਵੇਖਦਾ ਕਿ ਇਹ ਬੜੇ ਗੁੱਸੇ 'ਚ ਬੈਠਾ, ਇਹ ਤਰਸ ਹੀ ਨਹੀਂ ਕਰਦਾ। ਪਰ ਰਾਜੇ ਨੂੰ ਲੱਗਿਆ ਵੀ ਮੇਰੇ ਕਰਮ ਚੰਗੇ ਨੇ, ਹੋ ਸਕਦਾ ਹੈ ਪਰਮਾਤਮਾ ਪਰਮੇਸ਼ਵਰ ਮੇਰੇ ਨਗਰ ਆਇਆ ਏ। ਜੋ ਸਦਾ ਸੋ ਭੋ ਮਲਦਾਨਾ, ਜੋ ਵਿਚਾਰ ਮੈਂ ਬਚਨ ਬਖਾਨਾ। ਤੇ ਫਿਰ ਭਾਈ ਮਰਦਾਨਾ ਤੇ ਆਪਣੇ ਦੁੱਖੋਂ ਦੁਖੀ ਹੈ ਵੀ ਮੈਨੂੰ ਇਹ ਕਿੱਥੇ ਨਾਲ ਲਈ ਫਿਰਦੇ ਆ, ਭੁੱਖ ਪਿਆਸ ਲੱਗਦੀ, ਨਾ ਰੋਟੀ ਖਵਾਉਣ ਨਾ ਪਾਣੀ ਪਿਲਾਉਣ, ਇਹਨਾਂ ਨੂੰ ਨਾ ਭੁੱਖ ਲੱਗੇ ਨਾ ਲੱਗੇ ਪਿਆਸ। ਕਿਉਂਕਿ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਤੇ ਗੁੱਸਾ ਕੱਢ ਹੀ ਨਹੀਂ ਸਕਦਾ, ਉਹ ਭਾਈ ਬਾਲੇ ਤੇ ਕੱਢ ਲੈਂਦਾ ਵੀ ਤੂੰ ਵੀ ਰਲਿਆ ਹੋਇਆ। ਜੇ ਤੈਨੂੰ ਭੁੱਖ ਲੱਗੇ, ਤੈਨੂੰ ਪਤਾ ਤਾਂ ਲੱਗੇ ਵੀ ਦੁੱਖ ਕਿਹਨੂੰ ਕਹਿੰਦੇ, ਕਿਉਂਕਿ ਭਾਈ ਬਾਲਾ ਜੀ ਪੌਣਾ ਹਾਰੀ ਹਨ, ਉਹਨਾਂ ਨੂੰ ਵੀ ਭੁੱਖ ਪਿਆਸ ਨਹੀਂ ਲੱਗਦੀ। ਪਰ ਭਾਈ ਮਰਦਾਨਾ ਜੀ ਨੂੰ ਮਹਾਰਾਜ ਨੇ ਚੋਜ ਵਰਤਾ ਕੇ ਭੁੱਖ ਪਿਆਸ ਲਾਈ ਹੋਈ ਹੈ, ਜਿਸ ਕਰਕੇ ਉਹ ਕਲਪ ਜਾਂਦੇ ਨੇ, ਤੜਫ ਜਾਂਦੇ ਨੇ। ਖੇਡਾਂ ਤੇ ਗੁਰੂ ਸਾਹਿਬ ਦੀਆਂ ਨੇ। ਮੈਂ ਕਿਹਾ ਮਰਦਾਨਿਆ ਇਹ ਰਾਜੇ ਨੇ ਇੱਥੋਂ ਦੇ, ਕਹਿੰਦਾ ਜੋ ਮਰਜ਼ੀ ਹੋਵੇ ਮੈਂ ਕੀ ਲੈਣਾ। ਖਿਜਿਆ ਕੋਈ ਜਵਾਬ ਨਾ ਦਿੱਤਾ। ਮੈਂ ਰਾਜੇ ਨੂੰ ਹੱਥ ਜੋੜ ਕੇ ਆਖਿਆ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੰਜਾਬ ਦੇਸ਼ ਤੋਂ ਚੱਲ ਕੇ ਆਏ ਨੇ। ਮੋਹਰ ਹਮ ਆਏ ਪਰਵੇਸ਼ ਤੇ, ਕਿਸੂ ਸੋ ਨ ਪਛਾਨ। ਸੰਤ ਵੇਖ ਦੇਖਤ ਫਿਰੇ, ਅਵਨੀ ਸੋਵੇ ਸਥਾਨ। ਅਸੀਂ ਆਏ ਆ ਚੱਲ ਕੇ ਪੰਜਾਬੋਂ, ਪਰ ਸਾਡਾ ਮਕਸਦ ਹੈ ਦੁਨੀਆ ਤੇ ਵਿਚਰਨਾ, ਸਾਧੂ ਲਿਬਾਸ ਵਿੱਚ। ਅਸੀਂ ਕੁਝ ਖੱਟਣ ਵੱਟਣ ਵਾਸਤੇ ਨਹੀਂ ਆਏ, ਵਪਾਰ ਕਰਨ ਨਹੀਂ ਆਏ। ਰਾਜਨ ਸਾਨੂੰ ਕਿਸੇ ਰਾਜ ਭਾਗ ਸੁੱਖ ਸਹੂਲਤ ਦੀ ਕੋਈ ਇੱਛਾ ਨਹੀਂ, ਵਿਚਰ ਰਹੇ ਆ ਧਰਤੀ। ਰਾਜਾ ਕਹਿੰਦਾ ਜੀ ਆਇਆਂ ਨੂੰ, ਜੇ ਮੇਰੇ ਦੇਸ਼ ਵਿੱਚ ਆਏ ਹੋ ਤੇ ਮੇਰੇ ਮਹਿਲਾਂ 'ਚ ਆਓ, ਜੇ ਦੂਰੋਂ ਆਏ ਹੋ ਰੱਬ ਦੇ ਪਿਆਰ 'ਚ ਭਿੱਜੇ ਹੋਏ ਹੋ। ਕਿਉਂਕਿ ਰਾਜੇ ਨੂੰ ਕਿਤੇ ਨਾ ਕਿਤੇ ਲੱਗਦਾ ਵੀ ਜਿਨ੍ਹਾਂ ਬਾਰੇ ਮੈਂ ਸੁਣਿਆ ਕਿਤੇ ਉਹ ਤੇ ਨਹੀਂ, ਕਨਫਰਮ ਨਹੀਂ ਆ, ਤੇ ਸਿਰਫ ਨਾਮ ਸੁਣ ਕੇ ਅੰਦਾਜ਼ਾ ਲੱਗਦਾ ਵੀ ਇਹ ਨਾਮ ਮੈਂ ਸੁਣਿਆ ਹੋਇਆ, ਇਹ ਕੋਈ ਸਾਧੂ ਪੂਰੇ ਹਨ। ਕਹਿੰਦਾ ਜੀ ਆਓ ਨਗਰ ਵਿੱਚ ਸੇਵਾ ਦਾ ਮੌਕਾ ਦਿਓ, ਬਹਿ ਕੇ ਰੱਬ ਦੇ ਗੁਣ ਗਾਵਾਂਗੇ। ਜੋ ਪਈ ਅਗਰ ਜਤੈ ਟਪੂ ਸਦ ਹੋਈ, ਏਕ ਤਪ ਹੈ ਨਾਨਕ ਕੋਈ। ਤੇ ਰਾਜਾ ਮਦਰ ਬੈਨ ਹੱਥ ਜੋੜ ਕੇ ਭਾਈ ਬਾਲਾ ਜੀ ਨੂੰ ਪੁੱਛਦਾ ਹੈ, ਕਹਿੰਦਾ ਜੀ ਅੱਗੇ ਜਿਹੜਾ ਟਾਪੂ ਜਿੱਥੇ ਮਰਦ ਪਹਿਲਾਂ ਜਾ ਕੇ ਆਏ ਮਨੀਪੁਰ ਵਾਲੇ ਪਾਸੇ, ਕਹਿੰਦੇ ਕੋਈ ਨਾਨਕ ਤਪਾ ਦੀ ਸਾਂ, ਇਹ ਉਹ ਤੇ ਨਹੀਂ? ਭਾਈ ਬਾਲਾ ਜੀ ਕਹਿੰਦੇ ਹਾਂਜੀ ਇਹ ਉਹ ਹੀ ਹਨ ਗੁਰੂ ਨਾਨਕ ਸਾਹਿਬ ਤਪਾ ਜੀ। ਕਿਉਂਕਿ ਸਤਿਗੁਰਾਂ ਨੂੰ ਇਸ ਦੇਸ਼ ਵਿੱਚ ਤਪਾ ਜੀ ਕਹਿ ਕੇ ਪੂਜਿਆ ਜਾਂਦਾ ਸੀ, ਪੁਕਾਰਿਆ ਜਾਂਦਾ ਸੀ। ਕਿਉਂਕਿ ਸਤਿਗੁਰਾਂ ਦੀ ਬਹੁਤ ਵੱਡੀ ਤਪੱਸਿਆ, ਪੈਦਲ ਚੱਲ ਕੇ ਜਾ ਰਹੇ ਨੇ, ਤਪ ਨਹੀਂ ਤੇ ਹੋਰ ਕੀ ਹੈ, ਤਪੱਸਿਆ ਹੀ ਹੈ ਨੰਗੇ ਪੈਰ ਤੁਰਨਾ, ਵਿਚਰਨਾ। ਰਾਜਾ ਕਹਿੰਦਾ ਮੈਂ ਸੁਣਿਆ ਜਿਨ੍ਹਾਂ ਬਾਰੇ ਕਿ ਜੇ ਮੈਂ ਸੱਚ ਬੋਲਦਾ, ਜੇ ਮੈਂ ਸਹੀ ਗੱਲ ਕਰਦਾ ਤੇ ਉਹੋ ਹੀ ਹਨ। ਭਾਈ ਬਾਲਾ ਕਹਿੰਦੇ ਜੀ ਬਿਲਕੁਲ ਇਹ ਉਹੋ ਹੀ ਹਨ ਜੋ ਦੁਨੀਆ ਦਾ ਚੱਕਰ ਲਾ ਰਹੇ ਨੇ। ਝੰਡੇ ਕੋ ਸਤਿਗੁਰੂ ਬਣਾਇਆ, ਸੁਦਲ ਸੈਨ ਬੋ ਭੂਖ ਬੰਧਾਇਆ। ਤੇ ਫੇਰ ਆਖਦਾ ਰਾਜਾ ਵੀ ਰਾਜਾ ਸੁਦਰ ਸੈਨ ਸੀ ਜਿਹੜਾ, ਉਹਦਾ ਗੁਰੂ ਭਾਈ ਝੰਡਾ ਨਾਨਕ ਤਪਾ ਜੀ ਨੇ ਬਣਾਇਆ, ਇਹ ਉਹੋ ਹੀ ਹਨ। ਤੀਜੀ ਵਾਰ ਪੁੱਛਿਆ ਭਾਈ ਬਾਲਾ ਜੀ ਕਹਿੰਦੇ ਬਿਲਕੁਲ ਦਰੁਸਤ, ਇਹ ਉਹੋ ਹੀ ਨਾਨਕ ਹਨ। ਆਖੋ ਸਤਿਨਾਮ। ਕਹਿੰਦੇ ਰਾਜਾ ਇੱਕਦਮ ਘੋੜੇ ਤੋਂ ਉਤਰ ਗਿਆ ਜੀ। ਇਹਨੂੰ ਕਹਿੰਦੇ ਭਾਗ ਜਾਗਣ ਦੀ ਨਿਸ਼ਾਨੀ। ਆਇਆ ਕਿਹੜੇ ਕੰਮ ਹੈ, ਮਿਲਿਆ ਕੌਣ ਹੈ? ਰੱਬ। ਕਿਹਦੇ ਬਹਾਨੇ? ਭਾਈ ਮਰਦਾਨਾ ਸਮੁੰਦਰ ਤੇ ਤੁਰਿਆ ਜਾਂਦਾ, ਮਰਦ ਨਾਲ ਕਹਿੰਦਾ ਪਾਤਸ਼ਾਹ ਭੁੱਖ ਲੱਗੀ, ਛੇਤੀ ਨਗਰ ਵੇਖੋ। ਮਰਦ ਕਹਿੰਦੇ ਟਾਪੂ ਉਧਰ। ਕਿਰਪਾ ਕੀਤੀ ਹੈ ਭਾਈ ਮਰਦਾਨਾ ਜੀ। ਰਾਜੇ ਨੂੰ ਮੰਤਾਂ ਦੀ ਖੁਸ਼ੀ ਚੜ ਗਈ ਵੀ ਮੇਰੇ ਨਗਰ ਮੇਰੇ ਵਿਹੜੇ ਪਰਮੇਸ਼ਵਰ ਜੀ ਆਪ ਆਏ ਹੋਏ ਆ। ਕਹਿੰਦੇ ਚਾਹ ਨਹੀਂ ਚੱਲਿਆ, ਇੰਨੇ ਪ੍ਰਸੰਨ ਹੋਏ, ਦੋਨੋਂ ਹੱਥ ਜੋੜ ਲਏ। ਮਦਰ ਬੈਨ ਸਮਝੀ ਮਨ ਮਾਹੀ, ਸੋ ਤਪ ਸੁਣਿਓ ਜਸ ਜਾਹੀ। ਤੇ ਰਾਜਾ ਮਦਰ ਬੈਨ ਇੰਨਾ ਖੁਸ਼ ਹੋਇਆ ਵੀ ਜਿਹਨੇ ਸੁਦਰ ਸੈਨ ਨੂੰ ਤਾਰ ਦਿੱਤਾ, ਜਿਸ ਸਤਿਗੁਰੂ ਨੇ ਝੰਡੇ ਵਰਗੇ ਇੱਕ ਇਨਸਾਨ ਆਮ ਬੰਦੇ ਨੂੰ ਰੱਬ ਬਣਾਤਾ, ਗੁਰੂ ਬਣਾਤਾ। ਮਨਾ ਮੇਰਿਆ ਇਸੇ ਪਾਰਸ ਸਤਿਗੁਰੂ ਦੇ ਚਰਨ ਫੜ ਲੈ, ਤੇਰੇ ਵਰਗੇ ਲੋਹੇ ਨੂੰ ਇਹ ਸੋਨਾ ਬਣਾ ਦੇਣਗੇ। ਆਖੋ ਸਤਿਨਾਮ। ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਰਾਜਾ ਮਦਰ ਬੈਨ ਬੰਦਿਆਂ ਆਪਣਾ ਮਸਤਕ, ਆਪਣਾ ਸਿਰ ਸਤਿਗੁਰਾਂ ਦੇ ਚਰਨਾਂ ਤੇ ਰੱਖਿਆ ਏ। ਨਿਸ਼ਚੈ ਕਰ ਭੂਜਨ ਕੀ ਕਰਨ, ਬੋਰੋ ਕੀਨੋ ਬਚਨੋ ਚਾਰਨ। ਕੋਲ ਬਹਿ ਕੇ ਮਾਫੀ ਮੰਗਦਾ, ਕਹਿੰਦਾ ਪਾਤਸ਼ਾਹ ਮੈਨੂੰ ਨਹੀਂ ਸੀ ਪਤਾ ਤੁਸੀਂ ਭੁੰਜੇ ਬੈਠੇ ਹੋ, ਮੈਂ ਘੋੜੇ ਤੇ ਸਵਾਰ ਸੀ, ਮੈਂ ਮਾਫੀ ਚਾਹੁੰਦਾ ਵੀ ਤੁਸੀਂ ਨੀਵੇਂ ਬੈਠੇ ਤੇ ਮੈਂ ਉੱਚਾ।
ਮਹਾਰਾਜ ਮੁਸਕਰਾ ਪਏ ਰਾਜੇ ਨੂੰ ਵੇਖ ਕੇ। ਮਦਰ ਬੈਨ ਬੜੇ ਪਿਆਰ ਵਿੱਚ ਸਤਿਗੁਰਾਂ ਦੇ ਸਾਹਮਣੇ ਗੋਡੇ ਟੇਕ ਕੇ ਮਾਫੀ ਮੰਗਦਾ ਹੈ, ਬੇਨਤੀ ਕਰਦਾ, ਸੱਚੇ ਪਾਤਸ਼ਾਹ ਆਪ ਜੰਗਲਾਂ ਵਿੱਚ ਕਿਉਂ ਬੈਠੇ ਹੋ? ਉਹ ਹੈ ਨਾਮ ਕੌਣ ਤੁਮ ਦੇਸ਼ਾ, ਕਹਾਂ ਸਿਧਾਰੋ ਕਹਾਂ ਕੋ ਬੀਸਾ। ਪਰ ਕਿਰਪਾ ਕਰਕੇ ਮਹਾਂਪੁਰਖੋ ਇਹ ਦੱਸੋ, ਆਪ ਕਿਹੜੇ ਵੇਸ ਨਾਲ ਜੁੜੇ ਹੋਏ ਹੋ? ਅੱਗੇ ਕਿੱਥੇ ਜਾਣਾ ਚਾਹੁੰਦੇ ਹੋ? ਕਿਹੜਾ ਧਰਮ ਹੈ ਆਪ ਜੀ ਦਾ? ਸੁਣਿਆ ਤੇ ਹੈ ਨਾਨਕ ਤਪਾ ਜੀ ਨੇ ਬਹੁਤ ਵੱਡੇ ਪਰਉਪਕਾਰੀ ਨੇ, ਰੱਬ ਨਾਲ ਜੁੜੇ ਹੋਏ ਨੇ, ਪਰ ਉਹ ਬ੍ਰਾਹਮਣ ਹੈ ਜਾਣਦਾ। ਇਸ ਲਈ ਉਹ ਪੁੱਛਣਾ ਚਾਹੁੰਦਾ ਤੁਸੀਂ ਕਿਹੜੇ ਮਜ਼ਹਬ ਨਾਲ ਹੋ, ਕਿਹੜੇ ਧਰਮ ਨਾਲ ਜੁੜੇ ਹੋ, ਕਿਸ ਜਾਤੀ ਨਾਲ ਰਸੂਖ ਰੱਖਦੇ ਹੋ? ਰਾਜਾ ਸਤਿਗੁਰਾਂ ਅੱਗੇ ਬੇਨਤੀਆਂ ਕਰਦਾ ਹੈ। ਸਮਾਂ ਸਮਾਪਤ, ਅੱਗੇ ਜੋ ਵੀ ਜੋੜ ਆਉਣਗੇ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਵਾਹਿਗੁਰੂ 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 ਵਾਹਿਗੁਰੂ।